ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੱਕਰ ਚਹਿਨ ਅਰ ਬਰਨ ਜਾਤ, ਅਰ ਪਾਤ ਨਹਿਨ ਜਿਹ, ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼, ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਣ, ਸਾਹੇ ਸਾਹਾਨ ਗਣਿਜੈ। ਤਿਰਭੁਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬਨ ਤ੍ਰਿਣ ਕਹਿਤ, ਤੈ ਸਰਬ ਨਾਮ ਕਥੈ ਕਵਨ, ਕਰਮ ਨਾਮ ਬਰਨਤ ਸਮਤ। ਦਸਮ ਕਥਾ ਭਗਉਤ ਕੀ, ਪਾਖਾ ਕਰੀ ਬਨਾਏ, ਅਵਰ ਬਾਸਨਾ ਨਾਹੀ ਪ੍ਰਭ, ਧਰਮ ਜੁਧ ਕੇ ਚਾਏ। कहूँ गीत के गवैया, कहूँ बेन के बजैया, कहूँ नृत्य के नचैया, कहूँ नर को आकार हो, कहूँ वेद बानी, कहूँ कोक की कहानी, कहूँ राजा कहूँ रानी, कहूँ नार के प्रकार हो, कहूँ बेन के बजैया, कहूँ तेन के चरैया, कहूँ लाखन लवैया, कहूँ सुंदर कुमार हो। शुद्धता किसान हो, के संतन के प्राण हो, के दाता महादान हो, के निर्दोखी निरंकार हो। मुख ऊचर शास्त्र खट, पिंग गिरन चढ़ जाए, अंध लखै बदरो सुनै, जो काल कृपा कराए। कहाँ बुद्ध प्रभ तुच्छ हमारी, वर्ण सकै महिमा जो तिहारी। हम ना सकत कर सिफत तुम्हारी, आप लिहो तुम कथा सुधारी। हम ना सकत कर सिफत तुम्हारी, आप लिहो तुम कथा सुधारी। सतनाम श्री वाहिगुरु साहिब जी। परम तत किन्हो ना पछाना, आप आप भीतर उरझाना। तब जे जे रख राज बनाए, तिन आपन पुन सिमरत चलाए। परम तत किन्हो ना पछाना। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਗੁਰੂ ਗਰੀਬ ਨਿਵਾਜ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਕਲਗੀਧਰ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਧੰਨ ਧੰਨ
ਬਾਣੀ ਕੇ ਬੋਹਿਥ ਬਾਣੀ ਸਰੂਪ। 10 ਗੁਰੂ ਸਾਹਿਬਾਨਾਂ ਜੀ ਦੀ ਆਤਮਿਕ ਜੋਤ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਤਿਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਪਿਆਰੀ ਸਤ ਸੰਗਤ ਜੀਓ। ਆਪ ਜੀ ਬਹੁਤ ਹੀ ਵਡਭਾਗੀ ਹੋ ਜੋ ਗੁਰੂ ਮਹਾਰਾਜ ਜੀ ਦੀ ਸੰਗਤ ਕਰਕੇ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹੋ ਅਤੇ ਕਰ ਰਹੇ ਹੋ। ਗੁਰੂ ਮਹਾਰਾਜ ਜੀ ਨੇ ਬੇਅੰਤ ਕਿਰਪਾ ਕੀਤੀ ਹੈ। ਸੰਧਿਆ ਦੇ ਸਮੇਂ ਦੇ ਸੁੰਦਰ ਦਰਬਾਰ ਦੀਵਾਨ ਸੱਜੇ ਹਨ। ਬੇਅੰਤ ਸੰਗਤਾਂ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਮਹਾਰਾਜ ਜੀ ਦੀ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਧੁਰ ਕੀ ਬਾਣੀ ਦੇ ਜਾਪ ਗ੍ਰੰਥੀ ਸਾਹਿਬਾਨ ਜੀ ਦੀ ਰਸਨਾ ਤੋਂ ਆਪ ਜੀ ਨੇ ਸਰਵਣ ਕੀਤੇ ਹੈ। ਪਾਵਨ ਪਵਿੱਤਰ ਹੁਕਮਨਾਮੇ ਸਰਵਣ ਕੀਤੇ, ਅਰਦਾਸ ਵਿੱਚ ਜੁੜੇ ਹੋ। ਗੁਰੂ ਕਾ ਜੋ ਗੁਰਮੰਤਰ ਵਾਹਿਗੁਰੂ ਹੈ, ਉਸ ਵਾਹਿਗੁਰੂ ਮੰਤਰ ਦਾ ਸਿਮਰਨ ਅਭਿਆਸ ਜਾਪ ਕੀਤਾ ਹੈ ਸੰਗਤੀ ਰੂਪ ਵਿੱਚ। ਇਸੇ ਪ੍ਰਕਾਰ ਹੀ ਜੋ ਕਲਗੀਧਰ ਪਿਤਾ ਜੀ ਦੇ ਪਾਵਨ ਪਵਿੱਤਰ ਮੁਖਾਰ ਬਿੰਦ ਤੋਂ ਉਚਾਰੀ ਹੋਈ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਉਸ ਬਾਣੀ ਵਿੱਚੋਂ ਜੋ ਮਹਾਰਾਜ ਜੀ ਦੀ ਆਪਣੀ ਰਚਨਾ ਬਚਿੱਤਰ ਨਾਟਕ ਉਹਦੀ ਕਥਾ ਵਿਚਾਰ ਆਪਾਂ ਕੁਝ ਦਿਨਾਂ ਤੋਂ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਾਧ ਸੰਗਤ ਜੀ ਸਮਾਂ ਹੋਇਆ ਹੈ। ਜਿਵੇਂ ਸਤਿਗੁਰੂ ਜੀ ਨੇ ਇਸ ਅਧਿਆਏ ਦੇ ਵਿੱਚ ਕਿਹਾ, ਖਾਲਸਾ ਜੀ ਅਬ ਮੈਂ ਆਪਣੀ ਕਥਾ ਬਖਾਨੋ। ਹੁਣ ਅਸੀਂ ਆਪਣੀ ਕਥਾ ਕਹਿੰਦੇ ਹਾਂ। ਜਿਸ ਤਰ੍ਹਾਂ ਸਾਨੂੰ ਮਾਤ ਲੋਕ 'ਤੇ ਪਰਮੇਸ਼ਰ ਨੇ ਲਿਆਂਦਾ ਭੇਜਿਆ, ਅਤੇ ਮਹਾਰਾਜ ਕਹਿੰਦੇ ਆ ਕਿ ਹੇਮਕੁੰਟ ਪਰਬਤ ਹੈ ਜਹਾਂ ਸਬਤ ਸ੍ਰਿੰਗ ਸੋਭਿਤ ਹੈ, ਤਹਾਂ ਸਬਤ ਸ੍ਰਿੰਗ ਤਹਿ ਨਾਮ ਕਹਾਵਾ, ਪੰਡ ਰਾਜ ਜੋਗ ਕਮਾਵਾ। ਉਸ ਥਾਂ 'ਤੇ ਤਪ ਕੀਤਾ ਹੇਮਕੁੰਟ ਸਾਹਿਬ, ਜਿੱਥੇ 7 ਚੋਟੀਆਂ 7 ਟਿੱਲੇ ਪਹਾੜ ਦੇ ਉੱਪਰ ਬਣੇ ਹੋਏ ਹੈ। ਗੁਰੂ ਸਾਹਿਬ ਜੀ ਕਹਿੰਦੇ ਵੀ ਉੱਥੇ ਤਪ ਕਰਦਿਆਂ ਦਇਆ ਤੇ ਏਕ ਰੂਪ ਹੈ ਗਇਓ। 2 ਤੋਂ 1 ਰੂਪ ਭਾਵ ਅਭੇਦ ਹੀ ਵਾਹਿਗੁਰੂ 'ਚ ਹੋ ਗਏ। ਇੱਧਰ ਮਾਤਾ ਪਿਤਾ ਜੀ ਨੇ ਬੜਾ ਤਪ ਕੀਤਾ। ਤਾਤ ਮਾਤ ਮੁਰ ਅਰਖ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ। ਜਿਸ ਕਰਕੇ ਖਾਲਸਾ ਜੀ ਫਿਰ ਅਸਾਂ ਨੇ ਤਾਂ ਤੇ ਪਸੰਦ ਭਏ ਗੁਰਦੇਵਾ, ਅਤੇ ਅਸਾਂ ਨੇ ਫਿਰ ਇਹ ਕਲਯੁਗ ਦੇ ਵਿੱਚ ਜਿਹੜਾ ਅਵਤਾਰ ਧਾਰਨ ਕੀਤਾ। ਅਤੇ ਸਾਨੂੰ ਅਕਾਲ ਪੁਰਖ ਜੀ ਨੇ ਕਿਹਾ, ਇਹ ਦੁਸ਼ਟ ਦਮਨ ਜੀ ਭੇਜਣ ਤੋਂ ਪਹਿਲਾਂ ਕਿ ਅਸਾਂ ਨੇ ਜਦੋਂ ਸ੍ਰਿਸ਼ਟੀ ਬਣਾਈ ਹੈ, ਸਭ ਤੋਂ ਪਹਿਲਾਂ 2 ਦੈਂਤ ਰਚੇ, ਮਧ ਕੀਟਵ ਇੱਕ ਸਰਵਣ ਤੇ ਮੈਲ ਨਕਾਰਾ, ਤਾਂ ਤੇ ਮਧ ਕੀਟਵ ਤਨ ਧਾਰਾ। ਅਤੇ ਉਸ ਤੋਂ ਬਾਅਦ ਉਹ ਦੈਂਤ ਆਪਣੇ ਬਲ ਦੇ ਹੰਕਾਰ ਵਿੱਚ ਹੋ ਗਏ। ਭਗਤੀ ਦੀ ਬਜਾਏ ਅੱਗੋਂ ਬਲ ਵਰਤਣ ਲੱਗੇ, ਜਿਸ ਕਰਕੇ ਅਸੀਂ 20 ਰਸ ਵਿੱਚ ਆ ਕੇ ਉਹਨਾਂ ਨੂੰ ਬੜੀ ਖਿੰਨ ਮਾਤਰ 'ਚ ਹੀ ਖਤਮ ਕਰ ਦਿੱਤਾ। ਫਿਰ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਇਹ 3 ਦੇਵਤਿਆਂ ਨੂੰ ਠਹਿਰਾਇਆ, ਸਥਿਤ ਕੀਤਾ। ਪਰ ਇਹ 3 ਦੇਵਤੇ ਵੀ ਪ੍ਰਗਟ ਹੋ ਕੇ ਪੂਜਾ ਛੱਡ ਕੇ ਅਤੇ ਆਪਣੇ ਆਪ ਨੂੰ ਬਲੀ ਕਹਾਉਣ ਲੱਗ ਪਏ। ਮਹਾਦੇਵ ਅਚੁੱਤ ਕਹਾਇਓ, ਵਿਸ਼ਨ ਆਪ ਹੀ ਕੋ ਠਹਿਰਾਇਓ। ਬ੍ਰਹਮਾ ਆਪ ਪਾਰ ਬ੍ਰਹਮਖਾਨਾ, ਪ੍ਰਭ ਕੋ ਪ੍ਰਭੂ ਨ ਕਿਨਹੂ ਜਾਨਾ। ਮਹਾਦੇਵ ਨੇ ਆਪਣੇ ਆਪ ਨੂੰ ਅਗੇੜ ਨਾ ਹਿੱਲਣ ਵਾਲਾ ਅਮਰ ਅਬਿਨਾਸੀ ਕਹਾ ਲਿਆ। ਵਿਸ਼ਨੂੰ ਜੀ ਨੇ ਕਿਹਾ ਕਿ ਮੈਂ ਹੀ ਪਰਮੇਸ਼ਰ ਹਾਂ। ਬ੍ਰਹਮਾ ਜੀ ਨੇ ਕਿਹਾ ਕਿ ਮੈਂ ਹੀ ਪ੍ਰਕਿਰਤੀ ਤੋਂ ਪਰੇ ਵਿਆਪਕ ਸਰੂਪ ਪਾਰ ਬ੍ਰਹਮ ਹਾਂ। ਜਿਸ ਪ੍ਰਭੂ ਨੂੰ ਭਾਵ ਜੋ ਸਾਨੂੰ ਜਾਣਨਾ ਸੀ, ਉਹ ਕਿਸੇ ਨੇ ਨਾ ਜਾਣਿਆ। ਫਿਰ ਅਸਾਂ ਨੇ 8 ਸਾਖੀ ਬਣਾਏ।
ਪੰਜ ਤੱਤ, ਸੂਰਜ, ਚੰਦਰਮਾ, ਧਰਮਰਾਜ ਕਿ ਜੀਵਾਂ ਦੇ ਕਰਮਾਂ ਦੀ ਗਵਾਹੀ ਦੇਣ ਵਾਲੇ ਇਹ ਵੀ ਆਪਣੀ ਪੂਜਾ ਪ੍ਰਤਿਸ਼ਠਾ ਕਰਾਉਣ ਲੱਗ ਪਏ। ਜਦੋਂ ਇਹ ਆਪਣੀ ਪੂਜਾ ਕਰਾਉਣ ਲੱਗ ਪਏ, ਲੋਕ ਇਹਨਾਂ ਨੂੰ ਮੰਨਣ ਲੱਗ ਪਏ। ਫਿਰ ਮਨੁੱਖ ਪੈਦਾ ਕੀਤੇ ਵਿਦਵਾਨ, ਹੋਰ ਮਨੁੱਖਾਂ ਦੀ ਪੈਦਾਇਸ਼ ਕੀਤੀ। ਇਹ ਮਨੁੱਖ ਵੀ ਜਿਹੜੇ ਮਮਤਾ ਦੇ ਵੱਸ ਹੋ ਗਏ। ਮੇਰੀ ਤੇਰੀ ਦੇ, ਮੇਰੀ ਜ਼ਮੀਨ, ਮੇਰੇ ਬੱਚੇ, ਮੇਰਾ ਘਰ, ਮੇਰਾ ਦੇਸ਼, ਮੇਰਾ ਪਿੰਡ, ਇਹ ਵੀ ਮਮਤਾ ਦੇ ਵੱਸ ਹੋ ਗਏ। ਅਤੇ ਪਰਮੇਸ਼ਰ ਪਾਹਨ ਠਹਿਰਾਏ। ਪਰਮੇਸ਼ਰ ਨੂੰ ਜਿਹੜਾ ਪੱਥਰ ਇਹਨਾਂ ਨੇ ਜਿਹੜਾ ਠਹਿਰਾ ਲਿਆ, ਮੰਨ ਲਿਆ। ਅਤੇ ਇਸ ਤਰ੍ਹਾਂ ਪਰਮੇਸ਼ਰ ਨੂੰ ਭਾਵ ਸਾਨੂੰ ਦੁਸ਼ਟ ਦਮਨ ਜੀ ਕਿਸੇ ਨੇ ਨਾ ਜਾਣਿਆ। ਸਤਿਨਾਮ ਵਾਹਿਗੁਰੂ ਦਾ ਤੇ ਜਾਪ ਕਰਨਾ ਸੀ, ਉਹ ਕਿਸੇ ਨੇ ਕੀਤਾ ਕੋਈ ਨਾ। ਇਸ ਕਰਕੇ ਅਸੀਂ ਤੁਹਾਨੂੰ ਭੇਜ ਰਹੇ ਹਾਂ ਜੋ ਹੋਰ ਬਚਨ ਪਰਮੇਸ਼ਰ ਨੇ ਕਿਹਾ ਵੀ ਅਸਾਂ ਸਿੱਧਨਾਥ ਭੇਜੇ ਸ਼ਕਤੀਆਂ ਵਾਲੇ। ਉਹ ਸਾਰਿਆਂ ਨੇ ਆਪੋ ਆਪਣੇ ਰਾਹ ਚਲਾ ਲਏ। ਅਤੇ ਜਿਹਨੇ ਥੋੜ੍ਹੀ ਸਿੱਧੀ ਸਾਡੇ ਪਾਸੋਂ ਪਾਈ, ਉਹਨਾਂ ਆਪਣੇ ਰਾਹ ਚਲਾ ਲਏ। ਪਰਮੇਸ਼ਰ ਨਾ ਕਿਨਹੂ ਪਹਿਚਾਨਾ, ਮਮ ਉਚਾਰਤੇ ਭਇਓ ਦੀਵਾਨਾ। ਸਾਡੇ ਉਚਾਰਨ ਤੋਂ, ਸਾਡੇ ਜਾਪ ਕਰਨ ਤੋਂ ਦੇ ਦੀਵਾਨੇ ਮਸਤਵਾਨੇ ਹੋ ਗਏ, ਇੱਧਰ ਭੁੱਲ ਹੀ ਗਏ, ਆਪਣੀ ਵਡਿਆਈ ਮਹਿਮਾ 'ਚ ਫਸ ਗਏ। ਇਸ ਤਰ੍ਹਾਂ ਜੋ ਅਕਾਲ ਪੁਰਖ ਮਹਾਰਾਜ ਜੀ ਦੇ ਨਾਲ ਹੋਰ ਵੀ ਬਚਨ ਬਿਲਾਸ ਕਹਿ ਰਹੇ ਹੈ, ਉਹ ਸਤਿਗੁਰੂ ਜੀ ਨੇ ਬੜੇ ਸੋਹਣੇ ਢੰਗ ਨਾਲ ਖੋਲ੍ਹ ਕੇ 24 ਛੰਦਾਂ ਵਿੱਚ ਗੁੰਥਨ ਕਰਕੇ ਬਾਣੀ ਨੂੰ ਬਹੁਤ ਸੋਹਣੇ ਢੰਗ ਨਾਲ ਬਚਿੱਤਰ ਨਾਟਕ ਦੇ ਵਿੱਚ ਲਿਖਿਆ ਹੈ। ਉਹ ਜਿਵੇਂ ਕਥਾ ਵਿਚਾਰ ਆ ਰਹੀ ਹੈ, ਆਪਾਂ ਸਰਵਣ ਕਰੀਏ। ਕਥਾ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਕਲਗੀਧਰ ਪਿਤਾ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਂਦੇ ਹੋਏ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪਰਮ ਤਤ ਕਿਨਹੋ ਨਾ ਪਛਾਨਾ। ਐਵੇਂ ਦੁਸ਼ਟ ਦਮਨ ਜੀ ਸਾਡੇ ਉਚਾਰ ਤੋਂ, ਸਾਡਾ ਨਾਮ ਜਪਣ ਤੋਂ ਤੇ ਦੀਵਾਨੇ ਹੋ ਗਏ, ਅਤੇ ਮਮ ਉਚਾਰ ਤੇ ਭਇਓ ਦੀਵਾਨਾ। ਮੈਂ ਉਚਾਰਨ ਵਿੱਚ ਹੀ ਮਸਤਾਨੇ ਦੀਵਾਨੇ ਹੋ ਗਏ। ਮੈਂ ਵੱਡਾ ਹਾਂ, ਮੇਰਾ ਪੰਥ ਚੰਗਾ ਹੈ, ਇੱਦਾਂ ਹੀ ਲੱਗ ਪਏ। ਜੋ ਪਰਮ ਤੱਤ, ਯਥਾਰਥ ਰੂਪ ਤੱਤ, ਅਕਾਲ ਪੁਰਖ, ਉਸ ਨੂੰ ਕਿਸੇ ਨੇ ਨਾ ਪਛਾਣਿਆ। ਆਪ ਭੀਤਰ ਉਰਜਾਨਾ। ਤੇ ਆਪਣੇ ਆਪ ਦੇ ਵਿੱਚ ਹੀ ਸਾਰੇ ਜਿਹੜੇ ਉਲਝ ਗਏ, ਫਸ ਗਏ। ਤਬ ਜੇ ਰਖ ਰਾਜ ਬਣਾਏ। ਫਿਰ ਗੁਰੂ ਮਹਾਰਾਜ ਵੀ ਕਹਿ ਰਹੇ ਇਸੇ ਤਰ੍ਹਾਂ, ਖਾਲਸਾ ਜੀ, ਤਦੋਂ ਜਿਹੜੇ ਵੀ ਪਰਮੇਸ਼ਰ ਨੇ ਰਿਖ ਰਾਜਿਆਂ ਦੇ ਜਿਹੜੇ ਰਿਖੀਆਂ ਦੇ ਰਾਜੇ ਹੈ, ਵਸ਼ਿਸ਼ਟ ਜੋਗ ਮੁਨੀ ਜੀ, ਜੋਗ ਵਸ਼ਿਸ਼ਟ ਜੀ, ਮਨੂੰ ਆਦਿਕ, ਇਹ ਵੱਡੇ ਰਿਖੀ ਰਾਜ ਬਣਾਏ। ਤਿਨ ਆਪਨ ਪਨ ਸਿਮਰਤ ਚਲਾਏ। ਉਹਨਾਂ ਨੇ ਆਪੋ ਆਪਣੇ ਸ਼ਾਸਤਰ ਤੇ ਸਿਮਰਤੀਆਂ ਦੀ ਰਚਨਾ ਕਰ ਲਈ। ਸਿਮਰਤੀਆਂ ਸ਼ਾਸਤਰ ਰਚ ਲਹੇ। ਜੇ ਸਿਮਰਤਨ ਕੇ ਭਏ ਅਨਰਾਗੀ। ਜਿਹੜੇ ਪੁਰਸ਼ ਸਿਮਰਤੀਆਂ 27 ਸਿਮਰਤੀਆਂ ਦੇ ਪ੍ਰੇਮੀ ਪਿਆਰੇ ਹੋ ਗਏ। ਤਿਨ ਕਿਰਿਆ ਬ੍ਰਹਮ ਕੀ ਤਿਆਗੀ। ਉਹਨਾਂ ਸਾਰਿਆਂ ਨੇ ਪਰਮਾਤਮਾ ਦੀ ਪ੍ਰਾਪਤੀ ਦੀ ਜਿਹੜੀ ਕਿਰਿਆ ਉਹ ਤਿਆਗੀ ਦਿੱਤੀ, ਛੱਡ ਦਿੱਤੀ। ਸਿਮਰਤੀਆਂ ਦੇ ਵਿੱਚ ਹੀ ਫਸ ਗਏ ਕਿ ਮੰਨੂ ਨੇ ਬੜਾ ਗਿਆਨ ਲਿਖ ਦਿੱਤਾ ਵਿੱਚ, ਮੰਨੂ ਦੀ ਗੱਲ ਮੰਨੋ। ਜਨ ਮਨ ਹਰ ਚਰਨਨ ਠਹਰਾਇਓ। ਜਿਨ੍ਹਾਂ ਨੇ ਜਨ ਨਹੀਂ ਹੈ, ਕਿੰਨੀ ਬੋਲੀ, ਚਿੰਨ ਮਨ ਪਾਠ ਹੈ। ਜਿਨ੍ਹਾਂ ਨੇ ਆਪਣਾ ਮਨ
ਵਾਹਿਗੁਰੂ ਦੇ ਚਰਨਾਂ ਵਿੱਚ, ਭਾਵ ਸਾਡੇ ਚਰਨਾਂ ਜਿਨ੍ਹਾਂ ਠਹਿਰਾਇਆ ਜੋੜਿਆ, ਸੋ ਸਿਮਰਤ ਨਾ ਕੇ ਰਾਹ ਨਾ ਆਇਓ। ਉਹ ਸਿਮਰਤੀਆਂ ਦੇ ਰਾਹ ਨਹੀਂ ਆਇਆ, ਉਹ 27 ਸਿਮਰਤੀਆਂ ਦੇ ਚੱਕਰਾਂ ਵਿੱਚ ਨਹੀਂ ਪਿਆ। ਜਿਨ ਮਨ ਹਰ ਚਰਨਨ ਠਹਿਰਾਇਓ, ਜਿਨ੍ਹਾਂ ਨੇ ਮਨ ਵਾਹਿਗੁਰੂ ਦੇ ਚਰਨਾਂ ਵਿੱਚ ਠਹਿਰਾਇਆ, ਉਹਨਾਂ ਦਾ ਜਿਹੜਾ ਸਿਮਰਤੀਆਂ ਦੇ ਰਾਹ ਫਿਰ ਉਹ ਨਹੀਂ ਆਏ ਹਨ। ਸਿਮਰਤੀਆਂ ਉਹਨਾਂ ਪੜ੍ਹਨੀਆਂ ਛੱਡ ਦਿੱਤੀਆਂ, ਇਸ ਮਾਰਗ 'ਤੇ ਨਹੀਂ ਪਏ। ਬ੍ਰਹਮਾਚਾਰ ਹੀ ਵੇਦ ਬਣਾਏ। ਫਿਰ ਬ੍ਰਹਮਾ ਨੇ ਜਿਹੜੇ ਆ 4 ਵੇਦ ਬਣਾ ਦਿੱਤੇ, ਸਾਮ, ਰਿਗ, ਜੁਜਰ, ਅਥਰਵਨ। ਸਰਬ ਲੋਕ ਤਿਹ ਕਰਮ ਚਲਾਏ। ਤੇ ਸਾਰੇ ਲੋਕਾਂ ਨੂੰ ਆਪਣੇ ਵੇਦਾਂ ਦੇ ਵਿੱਚ ਦੱਸੇ ਹੋਏ ਜਿਹੜਾ ਕਰਮ ਕਾਂਡ ਹੈ, ਉਹ ਕਰਮ ਕਾਂਡ 'ਤੇ ਚਲਾ ਦਿੱਤਾ। 80,000 ਕਰਮ ਕਾਂਡ ਦੀ ਸੁਰਤੀ, 16,000 ਉਪਾਸਨਾ ਕਾਂਡ ਦੀ, 4,000 ਗਿਆਨ ਕਾਂਡ ਦੀ। ਜਿਹੜੇ 80,000 ਸੁਰਤੀ ਕਰਮ ਕਾਂਡ ਦੀ, ਉਹ ਕਰਮ ਕਾਂਡ ਦੇ ਵਿੱਚ ਹੀ ਚਲਾ ਦਿੱਤਾ ਬ੍ਰਹਮਾ ਨੇ। ਸਰਬ ਲੋਕ ਤੇ ਕਰਮ ਚਲਾਏ, ਸਾਰੇ ਲੋਕ ਉਹ ਜਿਹੜੇ ਕਰਮ ਕਾਂਡ ਹੈ ਉਹਨਾਂ ਵਿੱਚ ਤੋਰ ਦਿੱਤੇ, ਚਲਾ ਦਿੱਤਾ। ਜਿਨ ਕੀ ਲਿਵ ਹਰ ਚਰਨਨ ਲਾਗੀ। ਖਾਲਸਾ ਜੀ, ਜਿਨ੍ਹਾਂ ਦੀ ਲਿਵ ਵਾਹਿਗੁਰੂ ਦੇ ਚਰਨਾਂ ਵਿੱਚ ਲੱਗੀ, ਵੇਦਨ ਤੇ ਭਏ ਤਿਆਗੀ। ਉਹ ਵੇਦਾਂ ਦੇ ਵਿੱਚ ਜਿਹੜੀ ਕਰਮ ਕਾਂਡ, ਉਪਾਸਨਾ ਕਾਂਡ, ਇਹਨੂੰ ਛੱਡ ਕੇ ਗਿਆਨ ਕਾਂਡ ਦੇ ਵਿੱਚ ਲੱਗੇ ਤੇ ਵੇਦਨ ਦੇ ਕਰਮ ਕਿਰਿਆ ਦੇ ਤਿਆਗੀ ਹੋ ਗਏ। ਕਰਮ ਕਿਰਿਆ ਜਿਹੜੇ ਵੇਦਾਂ ਦੇ ਮਾਰਗ, ਉਹਦਾ ਤਿਆਗ ਕਰ ਦਿੱਤਾ। ਮਹਾਰਾਜ ਕਹਿੰਦੇ, ਵੇਦਾ ਮਹਿ ਨਾਮ ਉੱਤਮ ਸੋ ਸੁਣਹਿ, ਨਾਹੀ ਫਿਰਹਿ ਜੋ ਬੇਤਾਲਿਆ। ਕਿ ਨਾਮ ਉਹ ਕੀ ਵੇਦਾਂ ਵਿੱਚ ਜਿਹੜਾ ਗਿਆਨ ਕਾਂਡ, ਉਹ ਇੱਕ ਬ੍ਰਹਮ ਪਰਮੇਸ਼ਰ ਦਾ ਕਥਨ ਕਰਦਾ ਗਿਆਨ ਕਾਂਡ, ਉਹਦੇ ਵਿੱਚ ਬ੍ਰਹਮ ਦਾ ਹੈ ਵਾਚਕ ਗਿਆਨ ਕਾਂਡ 'ਚ। ਇਵੇਂ ਵੇਦਨ ਤੇ ਭਏ ਤਿਆਗੀ, ਜਿਹੜੇ ਵੇਦਾਂ ਵਿੱਚ ਕਰਮ ਕਾਂਡ, ਉਪਾਸਨਾ ਕਾਂਡ, ਉਹ ਤੋਂ ਤਿਆਗੀ ਹੋ ਗਏ। ਜਿਨ ਮਤ ਵੇਦ ਕਤੇਬਨ ਤਿਆਗੀ। ਜਿਨ੍ਹਾਂ ਮਨੁੱਖਾਂ ਨੇ ਵੇਦਾਂ ਦਾ ਜਿਹੜਾ ਮਤ ਸਿੱਖਿਆ ਛੱਡ ਦਿੱਤੀ, ਤਿਆਗ ਕਰ ਦਿੱਤਾ, ਅਤੇ ਜਿਨ੍ਹਾਂ ਨੇ ਕਤੇਬ ਜਿਹੜੇ ਤੁਰੇਤ, ਅੰਜੀਰ, ਝੰਬੂਰ, ਕੁਰਾਨ, ਜਿਹੜੇ 4 ਕਤੇਬ ਹਨ, ਜਿਨ੍ਹਾਂ ਨੇ ਕਤੇਬਾਂ ਦੇ ਮਤ ਸਿੱਖਿਆ ਦਾ ਤਿਆਗ ਕਰ ਦਿੱਤਾ, ਛੱਡ ਦਿੱਤਾ। ਪਾਰ ਬ੍ਰਹਮ ਕੇ ਭਏ ਅਨਰਾਗੀ। ਉਹ ਪ੍ਰਕਿਰਤੀ ਤੋਂ ਪਰੇ ਜਿਹੜਾ ਬ੍ਰਹਮ ਵਿਆਪਕ ਪਰਮੇਸ਼ਰ ਹੈ, ਉਹਦੇ ਅਨੁਰਾਗੀ ਪ੍ਰੇਮੀ ਪਿਆਰੇ ਹੋ ਗਏ। ਤਿਨ ਕੇ ਗੂੜ ਮਤ ਜੇ ਚਲਹੀ। ਉਸ ਅਕਾਲ ਪੁਰਖ ਪ੍ਰਭੂ ਪਰਮਾਤਮਾ ਦਾ ਜਿਹੜਾ ਗੂੜ ਮਤ ਹੈ, ਗੋਝ ਮਤ ਹੈ, ਗੁੱਜਾ ਮਤ, ਤੇ ਜਿਹੜੇ ਗੁੱਜੇ ਮਤ 'ਚ ਚੱਲ ਗਏ। ਤਿਨ ਕੇ ਗੂੜ ਮਤ ਜੇ ਚਲਹੀ, ਜੋ ਰੂੜੋ ਗੂੜੋ ਗਹਿਰ ਗੰਭੀਰੋ, ਜਿਹਦਾ ਬੜਾ ਗੁੱਜਾ ਮਤ ਹੈ, ਸਿੱਖਿਆ ਹੈ, ਭੇਦ ਹੈ। ਜਿਹੜੇ ਮਤ ਦਾ ਅਰਥ ਮਾਰਗ ਵੀ ਹੁੰਦਾ, ਜਿਹੜੇ ਉਹਦੇ ਗੋਝ ਗੁੱਜੇ ਰਸਤੇ 'ਤੇ ਚੱਲ ਗਏ ਹਨ। ਅਤੇ ਜਾਂ ਤਿਨ ਕੇ ਗੂੜ ਮਤ ਜੇ ਚਲਹੀ, ਉਸ ਅਕਾਲ ਪੁਰਖ ਦੇ ਮਤ ਮਾਰਗ 'ਤੇ ਜਿਹੜੇ ਗੂੜ ਕਹੀਏ ਗੁਪਤ ਹੋ ਕੇ ਗੁੱਜੇ ਭੇਦ ਨਾਲ ਗੋਝ ਰਸ ਵਿੱਚ ਚੱਲਦੇ ਹਨ। ਭਾਂਤ ਅਨੇਕ ਦੁੱਖਨ ਸੋ ਦਲਹੀ। ਉਹਨਾਂ ਨੇ ਅਨੇਕਾਂ ਹੀ ਤਰ੍ਹਾਂ ਦੇ ਜਿਹੜੇ ਦੁੱਖ ਉਹਨਾਂ ਨੂੰ ਦਲ ਮਲ ਲਿਆ, ਦਲ ਲਏ, ਦੂਰ ਕਰ ਲਏ। ਜੇ ਜੇ ਸਹਤ ਜਾਤਨ ਸੰਦੇਹ। ਤੇ ਇਸ ਅਰਥ ਇਸ ਤਰ੍ਹਾਂ ਵੀ ਲੱਗ ਜਾਂਦਾ ਕਿ ਤਿਨ ਕੇ ਗੂੜ ਮਤ ਜੇ ਚਲਹੀ, ਜੇ ਦਾ ਅਰਥ ਵੀ ਜਿਹੜੇ ਤਿਨ ਕੇ ਉਸ ਪਰਮੇਸ਼ਰ ਦੇ ਗੂੜ ਮਤ, ਉਸ ਵਾਹਿਗੁਰੂ ਦਾ ਜਿਹੜਾ ਗੋਝ ਗੁਪਤ ਮਤ ਸਿਧਾਂਤ ਹੈ, ਸਿੱਖਿਆ ਦੇ ਚੱਲਣਗੇ, ਚੱਲਦੇ ਹਨ, ਜਾਂ ਚਲੀ ਦਾ ਕੀ ਚੱਲਦੇ ਹਨ। ਭਾਂਤ ਅਨੇਕ ਦੁੱਖਾਂ ਸੋ ਦਲਹੀ, ਉਹਨਾਂ ਦੇ ਅਨੇਕਾਂ ਤਰ੍ਹਾਂ ਦੇ ਦੁੱਖਾਂ ਨੂੰ ਵਾਹਿਗੁਰੂ ਪਰਮੇਸ਼ਰ ਦਲ ਦਿੰਦਾ ਹੈ। ਜੇ ਜੇ ਸਹਤ ਜਾਤਨ ਸੰਦੇਹ। ਜਿਹੜੇ ਜਿਹੜੇ ਪੁਰਸ਼ ਸੰਦੇਹ ਭਲੀ ਪ੍ਰਕਾਰ, ਜਿਹੜੇ ਜਿਹੜੇ ਪੁਰਸ਼ ਭਲੀ ਪ੍ਰਕਾਰ, ਸੰਗ ਦਾ ਅਰਥ ਭਲੀ ਪ੍ਰਕਾਰ, ਭਲੀ ਪ੍ਰਕਾਰ ਦੇਹ ਦੇ ਅਭਿਮਾਨ ਸਹਿਤ ਰਹਿੰਦੇ ਹੈ, ਉਹ ਜਾਤਨ, ਉਹਨਾਂ ਨੂੰ ਫਿਰ ਯਾਤਨਾ ਹੁੰਦੀ ਦੇਹ ਅਭਿਮਾਨੀਆਂ ਨੂੰ,
ਉਹਨਾਂ ਨੂੰ ਜਾਤਨਾ ਤਾੜਨਾ ਹੁੰਦੀ, ਕਸ਼ਟ ਸਹਿਣੇ ਪੈਂਦੇ ਹਨ। ਪ੍ਰਭ ਕੋ ਸੰਗ ਨ ਛੋੜਤ ਨੇਹ। ਉਹ ਜਾਤਨਾ ਬੜੇ ਕਸ਼ਟ ਸਹਾਰਦੇ ਆ ਤੇ ਪ੍ਰਭ ਕੋ ਸੰਗ, ਪ੍ਰਭੂ ਦਾ ਸੰਗ ਨਹੀਂ ਕਰਦੇ, ਨਾ ਛੋੜਤ ਨੇ, ਤੇ ਪਰਿਵਾਰਾਂ ਦੇ ਮੋਹ ਨਹੀਂ ਉਹ ਛੱਡਦੇ, ਜਿਹੜੇ ਦੇਹ ਅਭਿਮਾਨੀ ਹੋ ਜਾਂਦੇ, ਦੇਹਾਂ ਨਾਲ ਪਿਆਰ ਕਰਦੇ ਹਨ। ਇਸੇ ਪ੍ਰਕਾਰ ਜੇ ਸਹਿਤ ਜਾਤਨ ਸੰਦੇਹੇ, ਜਾਤਨ ਦਾ ਅਰਥ ਸਿੱਖਿਆ, ਜਿਹੜੇ ਭਲੀ ਪ੍ਰਕਾਰ ਇਸ ਸਿੱਖਿਆ ਦੇ ਸਹਿਤ ਹੁੰਦੇ ਆ, ਪਰਮੇਸ਼ਰ ਦੇ ਮਾਰਗ 'ਤੇ ਚੱਲਣ ਵਾਲੀ ਦੇ ਸੰਦੇਹ, ਉਹ ਸ਼ੱਕ ਨਹੀਂ ਕਰਦੇ, ਸ਼ੰਕੇ ਨਹੀਂ ਕਰਦੇ, ਅਤੇ ਪ੍ਰਭੂ ਦਾ ਉਹ ਸੰਗ ਨਹੀਂ ਛੱਡਦੇ, ਕਦੀ ਵੀ ਉਹ ਪਰਮਾਤਮਾ ਦਾ ਨੇਹ ਨਹੀਂ ਛੱਡਦੇ। ਜੇ ਸਹਿਤ ਜਾਤਨ ਸੰਦੇਹੇ, ਜਿਹੜੇ ਸੰਗ ਕਹੀਏ ਭਲੀ ਪ੍ਰਕਾਰ ਇਹ ਦੇਹ ਦੇ ਨਾਲ, ਅਤੇ ਜਾਤਨ ਕਹੀਏ ਬੜੇ ਕਸ਼ਟ ਦੇ ਸਹਿਤ ਉਹਦੀ ਬੰਦਗੀ ਕਰਦੇ ਹੈ, ਜਾਂ ਜਾਤਨਾ ਕਸ਼ਟ ਸਹਾਰਦੇ ਹੈ। ਸਵੇਰੇ ਅੰਮ੍ਰਿਤ ਵੇਲੇ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਠੰਡ ਹੋਵੇ, ਕੁਝ ਮੌਸਮ ਹੋਵੇ, ਅਤੇ ਸਾਰੀ ਨੀਂਦ ਨਾਲ ਛੱਡ ਕੇ ਵੀ ਤਾਂ ਇੱਕ ਬੜਾ ਕਸ਼ਟ ਹੈ ਨਾ, ਅਤੇ ਉਹ ਕਸ਼ਟ ਨੂੰ ਛੱਡ ਕੇ, ਕਸ਼ਟ ਨੂੰ ਸਹਾਰ ਕੇ, ਮੁੱਖ ਧੋ ਕੇ, ਇਸ਼ਨਾਨ ਆਦਿ ਕਿਰਿਆ ਕਰਕੇ ਜੰਗਲ ਮੈਦਾਨ ਦੀ, ਫਿਰ ਵਾਹਿਗੁਰੂ ਦੇ 5 ਬਾਣੀਆਂ ਪੜ੍ਹਦੇ, ਹੋਰ ਬੇਅੰਤ ਬਾਣੀ ਪੜ੍ਹਦੇ। ਇਸ ਤਰ੍ਹਾਂ ਜਿਹੜਾ ਇਹ ਕਸ਼ਟ ਹੁੰਦਾ ਹੈ ਸਰੀਰ ਨੂੰ, ਕਿਉਂਕਿ ਕਿਹਦਾ ਜੀਅ ਕਰਦਾ ਸਵੇਰੇ ਉੱਠਣ ਨੂੰ, ਕਿਹਦਾ ਜੀਅ ਨਹੀਂ ਕਰਦਾ। ਪਰ ਜਿਹੜੇ ਸੰਗ ਕਹੀਏ ਭਲੀ ਪ੍ਰਕਾਰ ਇਹ ਦੇਹ ਦੇ ਸਹਿਤ, ਦੇਹ ਦੇ ਵਿੱਚ ਰਹਿੰਦਿਆਂ ਹੋਇਆਂ ਜਾਤਨਾ ਸਰੀਰ ਦੇ ਅੰਮ੍ਰਿਤ ਵੇਲੇ ਉੱਠਣ ਦਾ ਕਸ਼ਟ ਕਰਦੇ ਆ, ਬੰਦਗੀ ਕਰਦੇ ਹਨ। ਪ੍ਰਭ ਕੋ ਸੰਗ ਨਾ ਛੋੜਤ ਨੇਹ। ਉਹ ਪ੍ਰਭੂ ਦਾ ਸੰਗ ਕਦੀ ਨਹੀਂ ਛੱਡਦੇ, ਪ੍ਰਭੂ ਦੇ ਨਾ ਸੰਗ ਛੱਡਦੇ, ਨਾ ਕਦੀ ਨੇ ਪ੍ਰੇਮ ਹੀ ਛੱਡਦੇ ਹਨ। ਤੇ ਪਰਮ ਪੁਰੀ ਕਹਿ ਜਾਹੀ। ਤੇ ਉਹ ਪੁਰਖੀ ਪਰਮਪੁਰੀ, ਜਿਹੜੀ ਮਹਾਨ ਸੱਚਖੰਡ ਪੁਰੀ ਹੈ, ਉਹਦੇ ਵਿੱਚ ਜਾਂਦੇ ਹਨ। ਤਿਨ ਹਰ ਸਿਓ ਅੰਤਰ ਕਛ ਨਾਹੀ। ਉਹਨਾਂ ਦੇ 3 ਹਰ ਸਿਓ, ਉਹਨਾਂ ਦੇ ਵਿੱਚ, ਉਹਨਾਂ ਦਾ ਹਰ ਦੇ ਨਾਲ, ਵਾਹਿਗੁਰੂ ਦੇ ਨਾਲ ਹੀ ਜਿਹੜਾ ਮੇਲ ਮਿਲਾਪ ਹੋ ਜਾਂਦਾ ਹੈ, ਅਤੇ ਉਹਨਾਂ ਵਿੱਚ ਅਤੇ ਹਰੀ ਪਰਮੇਸ਼ਰ ਵਿੱਚ ਅੰਤਰ ਕੋਈ ਭੇਦ ਫਰਕ ਵਖਰੇਵਾ ਨਹੀਂ ਰਹਿੰਦਾ ਕਿਸੇ ਤਰ੍ਹਾਂ ਵੀ। ਉਹ ਤੇ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਛ ਨਾਹੀ। ਇਹ ਅਵਸਥਾ ਵਾਲੇ ਹੋ ਜਾਂਦੇ। ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ। ਜਬ ਆਪਾ ਪਰ ਕਾ ਮਿਟ ਗਿਆ, ਜਬ ਦੇਖੋ ਤਦ ਤੂੰ। ਤੋਹੀ ਮੋਹੀ ਤੋਹੀ ਅੰਤਰ ਕੈਸਾ। ਇਸ ਤਰ੍ਹਾਂ ਉਹਨਾਂ ਤੇ ਹਰ ਵਿੱਚ ਕੋਈ ਅੰਤਰ ਭੇਦ ਨਹੀਂ ਰਹਿੰਦਾ ਹੈ। ਜੇ ਜੀਅ ਜਾਤਨ ਤੇ ਡਰੇ। ਜਿਹੜੇ ਪੁਰਸ਼ ਪ੍ਰਭੂ ਮਾਰਗ ਵਿੱਚ ਆਉਂਦੀਆਂ ਜਿਹੜੀਆਂ ਜਾਤਨਾ, ਔਖਿਆਈਆਂ, ਕਸ਼ਟ, ਵੀ ਸਵੇਰੇ ਉੱਠਣਾ ਨਹੀਂ, ਅਤੇ ਵੀ ਕਿਹੜਾ ਉੱਠੇ, ਸਵੇਰੇ ਠੰਡ ਬਹੁਤ ਹੈ, ਅਤੇ ਜੁੱਲੇ ਨੂੰ ਘੁੱਟ ਕੇ ਪੈਣ, ਅਤੇ ਕੋਈ ਬਿਨਾਂ ਜਪਜੀ ਸਾਹਿਬ ਪਾਠ ਆਦਿਕ ਤੋਂ ਕੀਤੇ ਤੋਂ ਬਿਨਾਂ ਹੀ ਆਖਣ ਲਿਆਓ ਚਾਹ ਪਾਣੀ ਪੀ ਲੈਂਦੇ ਝੱਟ ਹੀ। ਅਤੇ ਕਿਹੜਾ ਉੱਠੇ, ਕਿਹੜਾ ਨਹਾਵੇ, ਕਿਹੜਾ ਪਾਠ ਕਰੇ, ਕਿਹੜਾ ਸੰਗਤ 'ਚ ਬਵੇ, ਕਿਹੜਾ ਲੱਤਾਂ ਨੂੰ ਭਾਰ ਦੇਵੇ। ਕੋਈ ਜ਼ਰੂਰੀ ਥੋੜ੍ਹੀ ਆ ਸਵੇਰੇ ਜਾਣਾ, ਚਲੋ ਦੁਪਹਿਰੇ ਚੱਲ ਜਾਵਾਂਗੇ। ਇਹ ਜਿਹੜਾ ਕਸ਼ਟ ਨਹੀਂ ਨਾ ਸਹਾਰਨਾ, ਜਿਹੜੇ ਇਹ ਜਾਤਨਾ ਹੈ, ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਆਉਣਾ, ਬੰਦਗੀ ਕਰਨੀ, ਸਿਮਰਨ ਕਰਨਾ, ਸੌਣ ਨੂੰ ਛੱਡਣਾ, ਇਹ ਬੜੇ ਔਖੇ ਚੀਜ਼ਾਂ ਹੈ। ਵੇਖੋ ਕਈ ਨਹੀਂ ਛੱਡਦੇ ਆ, ਕਈ ਤਾਂ ਉੱਠਦੇ 11 ਵਜੇ, ਧੁੱਪ ਚੜ੍ਹੀ ਅਤੇ ਉੱਠ ਪੈਂਦੇ, ਧੁੱਪ ਚੜ੍ਹੀ ਅਤੇ ਸੌਂ ਜਾਂਦੇ, ਅਤੇ ਕਹਿੰਦੇ ਠੰਡ ਵਰਗਾ ਪਈ ਨਹੀਂ। ਹੁਣ ਜਿਹੜਾ ਬੰਦਾ ਨਾ ਅੰਮ੍ਰਿਤ ਵੇਲੇ ਉੱਠਿਆ, ਨਾ ਉਹਨੇ ਰਾਤ ਕੋਈ ਬੰਦਗੀ ਕੀਤੀ, ਉਹਨੂੰ ਕੀ ਪਤਾ ਠੰਡ ਪਈ ਕਿ ਨਹੀਂ ਪਈ। ਅਤੇ ਇਸ ਤਰ੍ਹਾਂ ਜਿਹੜੇ ਜਾਤਨਾ ਨਹੀਂ ਨਾ ਕਰਦੇ, ਮਹਾਰਾਜ ਕਹਿੰਦੇ ਜੇ ਜੀਅ ਜਾਤਨ ਤੇ ਡਰੇ। ਜਿਹੜੇ ਜੀ ਜਾਤਨਾ ਇਹ ਪ੍ਰਭੂ ਮਾਰਗ ਦੇ ਆਉਂਦੀਆਂ ਖਿਆਈਆਂ ਤੋਂ ਡਰਦੇ ਹਨ, ਵੀ ਕਾਹਨੂੰ ਉੱਠਣਾ ਹੈ, ਬਾਅਦ 'ਚ ਉੱਠ ਪਵਾਂਗੇ ਧੁੱਪ ਵੇਲੇ। ਪਰਮ ਪੁਰਖ ਤਜ 3 ਮਗ ਪਰੇ। ਉਹ ਪਰਮ ਪੁਰਖ ਵਾਹਿਗੁਰੂ ਕਾਲ ਪੁਰਖ ਦੇ ਮਾਰਗ ਨੂੰ ਛੱਡ ਕੇ 3 ਮਗ ਪਰੇ,
ਉਹ ਉਹਨਾਂ ਮਾਰਗਾਂ ਦੇ ਪਏ ਹੋਏ ਆ, ਪੁੱਠਿਆਂ ਮਾਰਗਾਂ ਦੇ ਪਏ ਹੋਏ ਆ। ਸਵੇਰੇ ਉੱਠਣ ਦੀ ਕਹਿੰਦੇ ਜ਼ਰੂਰਤ ਨਹੀਂ ਹੈ। ਤੇ ਨਰਕ ਕੁੰਡ ਮੋਹ ਪਰਹੀ। ਸਤਿਗੁਰੂ ਜੀ ਕਹਿੰਦੇ ਉਹ ਸਾਰੇ ਜਿਹੜੇ ਆ ਨਾ ਦੂਜਿਆਂ ਪਿੱਛੇ ਲੱਗ ਕੇ ਪਰਮ ਪੁਰਖ ਪਰਮੇਸ਼ਰ ਨੂੰ ਛੱਡ ਕੇ ਤਿੰਨ ਮੱਗ ਪਰੇ ਵੇਦਾਂ ਸ਼ਾਸਤਰਾਂ ਦੇ ਰਸਤੇ ਤੁਰੇ ਫਿਰਦੇ ਆ, ਜਾਂ ਮਨਮਤੀਆਂ ਦੇ ਰਸਤੇ ਤੁਰੇ ਫਿਰਦੇ ਆ, ਬੇਮੁਖਾਂ ਦੇ ਰਸਤੇ ਤੁਰੇ ਫਿਰਦੇ ਆ। ਅਖੇ ਜੀ ਕੀ ਲੋੜ ਨਿਤਨੇਮ ਕਰਨ ਦੀ ਜਾਂ ਰੋਜ਼ ਰੋਜ਼ ਜਪਜੀ ਸਾਹਿਬ ਪੜ੍ਹਨਾ, ਨਿਰਾ ਤੋਤਾ ਰੱਟ ਹੈ। ਇੱਕ ਵਾਰ ਬਾਣੀ ਪੜ੍ਹੋ, ਬਾਰ ਬਾਰ ਪੜ੍ਹਨ ਦੀ ਕੀ ਜ਼ਰੂਰਤ ਹੈ? ਰੋਜ਼ ਰੋਜ਼ ਵਾਹਿਗੁਰੂ ਆਖਣ ਦੀ ਕੀ ਜ਼ਰੂਰਤ ਹੈ? ਉਹ ਕਹੀ ਜਾਂਦੇ ਆ। ਗੁਰੂ ਸਾਹਿਬ ਕਹਿ ਰਹੇ ਊਠਤ ਬੈਠਤ ਸੋਵਤ ਨਾਮ, ਊਠਤ ਹਰ ਹਰ ਬੈਠਤ ਹਰ ਹਰ, ਊਠਤ ਬੈਠਤ ਹਰ ਹਰ ਧਿਆਈਐ। ਗੁਰੂ ਸਾਹਿਬ ਕਹਿੰਦੇ ਵੀ ਦਿਨ ਵਿਸਰੋ ਨਹੀਂ ਰਾਤ, ਉਹ ਕਹਿੰਦੇ ਵੀ ਨਹੀਂ, ਕੀ ਲੋੜ ਇੰਨਾ ਜਪਣ ਦੀ ਹੈ? ਆਪ ਅੱਠੇ ਪੈਰ ਨਹੀਂ ਜਪਣਾ ਚਾਹੀਦਾ, ਇਹ ਦਿਮਾਗ ਖਰਾਬ ਹੋ ਜਾਂਦਾ, ਪਾਗਲ ਹੋ ਜਾਈਦਾ ਹੈ ਜੇ ਨਾਮ ਹੀ ਜਪੀ ਜਾਈਏ। ਤੇ ਫਲਾਣਾ ਹੋ ਗਿਆ ਸੀ, ਧੰਗਾਣਾ ਹੋ ਗਿਆ ਸੀ। ਇਹ ਤਿੰਨ ਮੱਗ ਪਰੇ ਇਹੋ ਜਿਹੇ ਜਿਹੜੇ ਨਹੀਂ ਨਾ ਨਿਸ਼ਰਦਕ ਲੋਕ ਹੈ, ਉਹਨਾਂ ਦੇ ਰਸਤਿਆਂ ਦੇ ਪਏ ਹੋਏ ਹਨ। ਤੇ ਨਰਕ ਕੁੰਡ ਮੋਹ ਪਰਹੀ। ਜਦੋਂ ਗੁਰੂ ਤੋਂ ਬੇਮੁਖ ਹੋਣਾ ਤੇ ਸਤਿਗੁਰੂ ਕਹਿੰਦੇ ਉਹ ਸਾਰੇ ਨਰਕ ਕੁੰਡ ਵਿੱਚ ਪੈਣਗੇ, ਉੱਥੇ ਤਾੜਨਾ ਹੋਵੇਗੀ। ਬਾਰ ਬਾਰ ਜਗ ਮੋਹ ਬਪ ਧਰਹੀ। ਤੇ ਬਾਰ ਬਾਰ ਸੰਸਾਰ ਦੇ ਵਿੱਚ, ਉਹ ਜਗ ਦੇ ਵਿੱਚ ਜੀਵੋ ਸਰੀਰ ਧਾਰਨਗੇ ਬਾਰ ਬਾਰ। ਕਈ ਜੂਨਾਂ ਪਹਿਲਾਂ ਭੁਗਤੀਆਂ, ਫਿਰ ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵ ਬ੍ਰਿਖ ਜੋਇਓ। ਇਹੋ ਜਿਹੀ ਹਾਲਤ ਹੋ ਜਾਊਗੀ, ਬਾਰ ਬਾਰ ਸੰਸਾਰ ਵਿੱਚ ਸਰੀਰ ਧਾਰਨਗੇ। ਤਬ ਹਰ ਬਹੁਰ ਦਤ ਉਪਜਾਇਓ। ਤਦੋਂ ਇਸ ਤਰ੍ਹਾਂ ਹੇ ਦੁਸ਼ਟ ਦਮਨ ਜੀ, ਅਸਾਂ ਨੇ ਜਿਹੜਾ ਹੈ ਦੱਤਾ ਤੇਰੇ ਨੂੰ ਭੇਜਿਆ। ਤਬ ਹਰ ਜਿਵੇਂ ਵਿੱਚ ਸ਼ਬਦ ਆ ਜਾਂਦਾ ਨਾ, ਵੀ ਵਾਹਿਗੁਰੂ ਦੇ ਸੰਬੰਧਕ ਦੇ ਵਿੱਚ ਇਹ ਅਰਥ ਵਾਸਤੇ ਬਣ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਖਾਲਸੇ ਨੂੰ ਦੱਸ ਰਹੇ ਆ ਵੀ ਖਾਲਸਾ ਜੀ, ਤਦੋਂ ਪਰਮੇਸ਼ਰ ਨੇ ਫਿਰ ਦੱਤਾ ਤੇਰੇ ਨੂੰ ਭੇਜਿਆ। ਤਿੰਨ ਵੀ ਆਪਣਾ ਪੰਥ ਚਲਾਇਓ। ਉਹਨੂੰ ਦੱਤਾ ਤੇਰੇ ਨੂੰ ਪੈਦਾ ਕੀਤਾ। ਜਦੋਂ ਉਹ ਆਇਆ ਦੱਤਾ ਤੇਰੇ ਸੰਨਿਆਸੀ, ਉਸ ਨੇ ਵੀ ਆਪਣਾ ਹੀ ਪੰਥ ਚਲਾ ਲਿਆ। ਸੰਨਿਆਸੀਆਂ ਦਾ ਜਿਹੜੇ ਤੀਰਥਾਂ 'ਤੇ ਉਹਦੇ ਪੰਥੀ ਰਹਿੰਦੇ, ਉਹਨਾਂ ਦਾ ਨਾਮ ਤੀਰਥੀ ਪੰਥ। ਜਿਹੜੇ ਸ਼ਹਿਰਾਂ 'ਚ ਰਹਿਣ ਲੱਗ ਪਏ ਉਹ ਪੁਰੀ ਪੰਥ, ਜਿਹੜੇ ਜੰਗਲ 'ਚ ਰਹਿਣ ਲੱਗ ਪਏ ਉਹ ਬਨੀ ਪੰਥ ਜਾਂ ਬਨੂ ਪੰਥ। ਐਵੇਂ ਵੱਖੋ ਵੱਖਰੇ ਉਹਨਾਂ ਦੇ ਨਾਮ ਰੱਖਦੇ ਜਿਹੜੇ ਜਿੱਥੇ ਰਹਿੰਦੇ ਸਨ। ਉਸ ਨੇ ਵੀ ਆਪਣਾ ਹੀ ਰਾਹ ਚਲਾਇਆ। ਕਰ ਮੋਹ ਨਖ ਸਿਰ ਜਟਾਂ ਸਵਾਰੀ। ਤੇ ਹੱਥਾਂ ਦੇ ਜਿਹੜੇ 9 ਵਧਾਲੇ ਤੇ ਸੀਸ ਦੇ ਉੱਪਰ ਜਟਾਂ ਸਵਾਰ ਲਈਆਂ, ਬੜੀਆਂ ਤਕੜੀਆਂ ਜੜਾਵਾਂ। ਪ੍ਰਭ ਕੀ ਕਿਰਿਆ ਕਛੂ ਨਾ ਵਿਚਾਰੀ। ਪ੍ਰਭੂ ਦੀ ਪ੍ਰਾਪਤੀ ਦੀ ਜਿਹੜੀ ਕਿਰਿਆ ਸੀ ਉਹ ਕੁਝ ਵੀ ਨਾ ਵਿਚਾਰੀ। ਉਹ ਵਿਧੀ ਬਾਰੇ ਕੁਝ ਵਿਚਾਰਿਆ ਨਹੀਂ, ਪਰਮੇਸ਼ਰ ਨੂੰ ਕਿਵੇਂ ਪ੍ਰਾਪਤ ਕਰਨਾ। 9 ਵਧਾਲੇ ਤੇ ਜਿਹੜੀਆਂ ਹੈ ਜੜਾਵਾਂ ਵਧਾ ਲੀਆਂ। ਪੁਨ ਹਰ ਗੋਰਖ ਕੋ ਉਪਰਾਜਾ। ਫਿਰ ਪਰਮੇਸ਼ਰ ਨੇ ਗੋਰਖਨਾਥ ਨੂੰ ਪੈਦਾ ਕੀਤਾ, ਗੋਰਖਨਾਥ ਸਿੱਧ ਨੂੰ। ਸਿੱਖ ਕਰੇ ਤਿਨਹੁ ਬੜ ਰਾਜਾ। ਤੇ ਉਸ ਨੇ ਗੋਰਖਨਾਥ ਨੇ ਵੀ ਆਪਣਾ ਵੱਖਰਾ ਹੀ ਪੰਥ ਚਲਾ ਲਿਆ। ਜੋਗੀਆਂ ਦੇ ਪੰਥ 12 ਪੰਥ ਚੱਲ ਗਏ। ਗੋਰਖਨਾਥ ਤੋਂ ਜੋਗੀ ਚੱਲੇ ਤੇ ਇਹ ਫਿਰ ਉਸਨੇ ਆਪਣਾ ਮਤ ਚਲਾ ਲਿਆ। ਤਿਨਹੁ ਬੜ ਰਾਜਾ ਸਿੱਖ ਕਰੇ। ਉਸ ਨੇ ਵੱਡੇ ਵੱਡੇ ਰਾਜੇ ਗੋਪੀ ਚੰਦ ਭਰਥਰ ਵਰਗੇ ਆਪਣੇ ਸਿੱਖ ਕਰ ਲਏ ਸਨ। ਸ਼ਰਵਨ ਫਾਰ ਮੁਦਰਾ ਦੁਇ ਡਾਰੀ। ਆਪਣੇ ਚੇਲੇ ਬਣਾ ਲਿਆ ਤੇ ਚੰਗੇ ਭੜੇ ਰਾਜਿਆਂ ਦੇ ਕੰਨਾਂ ਨੂੰ ਪਾੜ ਕੇ ਚੀਰ ਕੇ ਤੇ 2-2 ਮੁੰਦਰਾਂ ਵਿੱਚ ਪਾ ਦਿੱਤੀਆਂ, ਬਲੌਰ ਕੱਚ ਦੀਆਂ। ਹਰ ਕੀ ਪ੍ਰੀਤ ਰੀਤ ਨਾ ਵਿਚਾਰੀ। ਵਾਹਿਗੁਰੂ ਦੀ ਜਿਹੜੀ ਪ੍ਰੀਤੀ ਸੀ, ਪ੍ਰੀਤੀ ਦੀ ਜਿਹੜੀ ਰੀਤੀ ਮਰਿਆਦਾ, ਉਸ ਨੂੰ ਨਾ ਵਿਚਾਰਿਆ ਵੀ ਕਿਵੇਂ ਉਹਦੀ ਪ੍ਰਾਪਤੀ ਹੋਣੀ। ਆਪਣੇ ਪੰਥ ਚਲਾ ਲਿਆ, ਗੋਰਖਨਾਥ ਦੇ ਪੰਥ 'ਚ ਆਓ ਸਾਰੇ। ਪੁਨ ਹਰ ਰਾਮਾਨੰਦ ਕੋ ਕਰਾ। ਫਿਰ ਜੋ ਹੈ ਰਾਮਾਨੰਦ ਜੀ ਹੈ,
ਉਹਨਾਂ ਨੂੰ ਪਰਮੇਸ਼ਰ ਨੇ ਉਤਪੰਨ ਕੀਤਾ, ਪੈਦਾ ਕੀਤਾ। ਭੇਸ ਬੈਰਾਗੀ ਕੋ ਜਿਨ ਧਰਾ। ਉਧਰੋਂ ਫਿਰ ਰਾਮਾਨੰਦ ਜੀ ਨੇ ਜਿਹੜਾ ਭੇਸ ਆਪਣਾ ਲਿਬਾਸ ਵਿਰਾਗੀਆਂ ਵਾਲਾ ਧਾਰਨ ਕਰ ਲਿਆ। ਕੰਠੀ ਕੰਠ ਕਾਠ ਕੀ ਡਾਰੀ। ਤੇ ਜਿਹੜੀ ਕੰਠੀ, ਜਿਹੜਾ ਕੰਠ ਹੈ, ਗਲ ਦੇ ਵਿੱਚ ਕਾਠ ਕਹੀਏ, ਲੱਕੜ ਦੇ ਮਣਕਿਆਂ ਦੀ ਜਿਹੜੀ ਕੰਠੀ ਮਾਲਾ ਬਣਾ ਕੇ ਪਾ ਲਈ। ਪ੍ਰਭ ਕੀ ਕਿਰਿਆ ਨਾ ਕਛੂ ਵਿਚਾਰੀ। ਉਸ ਰਾਮਾਨੰਦ ਜੀ ਨੇ ਪ੍ਰਭੂ ਦੀ ਪ੍ਰੇਮਾ ਭਗਤੀ ਨੂੰ ਨਾ ਵਿਚਾਰਿਆ, ਵਾਹਿਗੁਰੂ ਦੀ ਪ੍ਰਾਪਤੀ ਨੂੰ ਨਾ ਵਿਚਾਰਿਆ। ਇਹ ਗੁਰੂ ਸਾਹਿਬ ਦੱਸ ਰਹੇ ਆ ਵੀ ਜੇ ਪੰਥ ਚਲਾਉਣ ਦੀ ਗੱਲ ਚੱਲ ਰਹੀ ਇੱਥੇ, ਵੀ ਪ੍ਰੇਮਾ ਭਗਤੀ ਨਾਲ ਵਿਚਾਰਿਆ, ਪੰਥ ਜਿਹੜਾ ਉਹ ਪੈਦਾ ਕਰ ਲਿਆ, ਪੰਥ ਆਪਣਾ ਹੀ ਬਣਾ ਲਿਆ। ਜੇ ਪ੍ਰਭ ਪਰਮ ਪੁਰਖ ਉਪਜਾਏ। ਕਈ ਇਹਨਾਂ ਗੱਲਾਂ ਦੇ ਸਵਾਲ ਕਰ ਦਿੰਦੇ ਵੀ ਭਗਤ ਰਾਮਾਨੰਦ ਜੀ ਦੇ ਤੇ ਬੜੇ ਭਗਤ ਕਬੀਰ ਹੁਣੀ ਚੇਲੇ ਹੋਏ ਆ, ਤੇ ਵੀ ਉਹਨਾਂ ਨੇ ਕਿਉਂ ਨਹੀਂ ਭਗਤੀ ਕੀਤੀ? ਨਹੀਂ, ਵੀ ਜਦੋਂ ਪਹਿਲਾਂ ਆਏ ਆ ਉਦੋਂ ਉਹਨਾਂ ਨੇ ਇਹ ਰਾਹ ਚਲਾਇਆ। ਪ੍ਰਭ ਕੀ ਕਿਰਿਆ, ਪ੍ਰਭੂ ਦੀ ਪ੍ਰਾਪਤੀ ਦੀ ਕਿਰਿਆ ਨਾ ਕੁਛ ਵਿਚਾਰੀ, ਬੰਦਗੀ ਕਰਕੇ ਸਿੱਧੀ ਪਾ ਕੇ ਤੇ ਪੰਥ ਚਲਾ ਲਿਆ ਵਿਰਾਗੀਆਂ ਦਾ, ਵਿਰਾਗੀ ਬਣ ਗਏ ਹਨ। ਬਾਅਦ ਵਿੱਚ ਤੇ ਉਹਨਾਂ ਨੇ ਬੜੇ ਭਗਤ ਜਿਹੜੇ ਆ, ਕਬੀਰ ਜੀ, ਭਗਤ ਸੈਣ ਜੀ ਨੂੰ, ਇਤਿਆਦਿਕ ਭਗਤਾਂ ਨੂੰ ਉਹਨਾਂ ਨੇ ਉਪਦੇਸ਼ ਕੀਤਾ ਹੈ, ਐਸਾ ਨਹੀਂ ਹੈ। ਉਹ ਬਾਅਦ ਵਿੱਚ ਬੰਦਗੀ ਕੀਤੀ ਹੈ। ਪਹਿਲਾਂ ਜਦੋਂ ਆਏ ਆ ਬੰਦਗੀ ਕੀਤੀ, ਸਿੱਧੀ ਪਾਈ ਤੇ ਆਪਣਾ ਪੰਥ ਚਲਾਇਆ ਸੀ। ਇਹ ਉਸ ਵੇਲੇ ਦੇ ਪੱਖ ਲੈ ਕੇ ਸਤਿਗੁਰੂ ਕਹਿ ਰਹੇ ਹਨ। ਜੇ ਪ੍ਰਭ ਪਰਮ ਪੁਰਖ ਉਪਜਾਏ। ਜਿਹੜੇ ਪ੍ਰਭੂ ਪਰਮੇਸ਼ਰ ਵਾਹਿਗੁਰੂ ਨੇ ਪੁਰਖ ਪੈਦਾ ਕੀਤੇ, ਪੁਰਸ਼, ਵੱਡੇ ਵੱਡੇ ਪੁਰਸ਼ਾਂ ਨੂੰ ਭੇਜਿਆ। ਤਿੰਨ ਤਿੰਨ ਆਪਣੇ ਰਾਹ ਚਲਾਏ। ਖਾਲਸਾ ਜੀ, ਉੱਦਾਂ ਸਾਰਿਆਂ ਨੇ ਆਪੋ ਆਪਣੇ ਰਾਹਾਂ ਨੂੰ ਚਲਾ ਲਿਆ, ਆਪੋ ਆਪਣੇ ਮੱਤ ਚਲਾ ਲਏ। ਮਹਾਦੀਨ ਤਬ ਪ੍ਰਭ ਪਰਾਜਾ। ਫਿਰ ਵਾਹਿਗੁਰੂ ਪਰਮੇਸ਼ਰ ਨੇ ਖਾਲਸਾ ਜੀ ਮਹਾਦੀਨ, ਜੋ ਮੁਹੰਮਦ ਸਾਹਿਬ ਹੈ ਪੈਗੰਬਰ, ਉਸ ਨੂੰ ਪੈਦਾ ਕੀਤਾ। ਅਰਬ ਦੇਸ ਕੋ ਕੀਨੋ ਰਾਜਾ। ਉਸ ਨੂੰ ਪੈਗੰਬਰ ਨੂੰ ਭੇਜ ਕੇ ਅਰਬ ਦੇਸ਼ ਦਾ ਰਾਜਾ ਕਰ ਦਿੱਤਾ, ਰਾਜਾ ਬਣਾ ਦਿੱਤਾ ਸਊਦੀ ਅਰਬ ਵੱਲ। ਤਿੰਨ ਧੀ ਏਕ ਪੰਥ ਉਪਰਾਜਾ। ਫਿਰ ਮੁਹੰਮਦ ਸਾਹਿਬ ਜੀ ਨੇ ਵੀ ਆ ਕੇ ਤੇ ਜਿਹੜਾ ਹੈ, ਪਹਿਲਾਂ ਕਈ ਬਖੇੜੇ ਹੁੰਦੇ ਰਹੇ ਉੱਥੇ ਮੱਕੇ ਕਾਬੇ, ਤੇ ਉਸ ਮੁਹੰਮਦ ਸਾਹਿਬ ਨੇ ਏਕ ਪੰਥ ਉਪਰਾਜਾ, ਆਪਣਾ ਇੱਕ ਪੰਥ ਭਾਵ ਇਸਲਾਮ ਮਤ ਚਲਾ ਲਿਆ। ਲਿੰਗ ਬਿਨਾ ਕੀਨੇ ਸਭ ਰਾਜਾ। ਜਿੰਨੇ ਵੀ ਰਾਜੇ ਸਨ, ਜਪਣ ਵਾਲੇ, ਆਪਣੇ ਚੇਲੇ, ਆਪਣੇ ਪੈਰੋਕਾਰ, ਜਿਹੜੇ ਇਹਨਾਂ ਨੂੰ ਪੂਜਣ ਵਾਲੇ ਸਨ ਮੁਹੰਮਦ ਸਾਹਿਬ ਨੂੰ, ਉਹਨਾਂ ਸਾਰਿਆਂ ਨੂੰ ਲਿੰਗ ਤੋਂ ਬਿਨਾਂ ਕਰ ਦਿੱਤਾ, ਭਾਵ ਸੁੰਨਤ ਕਰ ਦਿੱਤੀ, ਗੁਪਤ ਅੰਗ ਕੱਟ ਦਿੱਤੇ ਤੇ ਲਿੰਗ ਬਿਨਾ ਕੀਏ ਸਭ ਰਾਜਾ, ਸਭ ਚੇਲਿਆਂ ਦੀ ਸੁੰਨਤ ਕਰ ਦਿੱਤੀ। ਸਭ ਤੇ ਆਪਣਾ ਨਾਮ ਜਪਾਇਓ। ਸਾਰਿਆਂ ਤੋਂ ਆਪਣਾ ਹੀ ਨਾਮ ਜਪਾਇਆ। ਮੇਰੋ ਹੀ ਧਿਆਨ ਧਰੋ ਨਿਸਬਾਸਰ, ਭੂਲ ਕੇ ਔਰ ਕੋ ਨਾਮ ਨਾ ਲੀਜੈ। ਸਤ ਨਾਮ ਕਾਹੂ ਨਾ ਦ੍ਰਿੜਾਇਓ। ਤੇ ਸਤ ਨਾਮ ਵਾਹਿਗੁਰੂ ਦਾ ਕਿਸੇ ਨੇ ਵੀ ਜਾਪ ਨਾ ਕਰਾਇਆ, ਕਿਸੇ ਨੇ ਪੱਕਿਆ ਨਾ ਕੀਤਾ ਵੀ ਭਾਈ ਸਤਨਾਮ ਜਪਣਾ ਹੈ, ਸਤਨਾਮ ਤੇਰਾ ਪਰਾਪੂਰ ਬਲਾ, ਐਵੇਂ ਸਤਨਾਮ ਨਾ ਕਿਸੇ ਨੇ ਦ੍ਰਿੜਾਇਆ। ਤੇ ਸਭ ਨੇ ਆਪੋ ਆਪਣਾ ਹੀ ਨਾਮ ਜਪਾਇਆ। ਸਭ ਆਪਣੀ ਆਪਣੀ ਉਰਜਾਨਾ। ਸਾ ਗੱਲ ਕੀ ਵੀ ਸਾਰੇ ਆਪੋ ਆਪਣੀ ਵਡਿਆਈ ਦੇ ਵਿੱਚ ਹੀ ਫਸ ਗਏ, ਉਲਝ ਗਏ। ਪਾਰ ਬ੍ਰਹਮ ਕਾਹੂ ਨਾ ਪਛਾਨਾ। ਖਾਲਸਾ ਜੀ, ਜੋ ਪ੍ਰਕਿਰਤੀ ਤੋਂ ਪਰੇ ਪਾਰ ਬ੍ਰਹਮ ਵਿਆਪਕ, ਉਸ ਨੂੰ ਕਿਸੇ ਨਾਲ ਨਾ ਪਛਾਣਿਆ ਜਾਣਿਆ, ਤੇ ਆਪੋ ਆਪਣੀ ਵਡਿਆਈ ਦੇ ਵਿੱਚ ਫਸ ਗਏ ਸਾਰੇ। ਤਪ ਸਾਧਤ ਹਰ ਮੋਹਿ ਬੁਲਾਇਓ। ਉਸ ਵੇਲੇ ਅਸੀਂ ਤਪ ਸਾਧਦੇ ਸਾਂ ਹੇਮਕੁੰਟ ਪਰਬਤ ਵਾਲੀ ਥਾਂ ਤੇ। ਹੇਮਕੁੰਟ ਪਰਬਤ ਹੈ ਜਹਾਂ, ਸਪਤ ਸ੍ਰਿੰਗ ਸੋਭਤ ਹੈ ਤਹਾਂ। ਉੱਥੇ ਜਦੋਂ ਤਪ ਸਾਧਦੇ ਕਰਦੇ ਸਾਂ, ਤਪ ਕਰਦਿਆਂ ਨੂੰ ਪਰਮੇਸ਼ਰ ਨੇ ਸਾਨੂੰ ਬੁਲਾਇਆ। ਇਮ ਕਹਿ ਕੇ ਇਹ ਲੋਕ ਪਠਾਇਓ। ਤੇ ਐਵੇਂ ਕਹਿ ਕੇ ਸਾਨੂੰ ਇਸ ਮਾਤ ਲੋਕ ਦੇ ਵਿੱਚ ਭੇਜਿਆ। ਅਕਾਲ ਪੁਰਖ ਬਾਚ ਚੌਪਈ। ਹੁਣ ਸਤਿਗੁਰੂ ਮਹਾਰਾਜ ਦੱਸ ਰਹੇ ਆ ਖਾਲਸਾ ਜੀ, ਐਵੇਂ ਕਹਿ ਕੇ ਜਿੰਨੇ ਜਿੰਨੇ ਭੇਜੇ ਆ, ਵੱਡੇ ਵੱਡੇ ਪੈਗੰਬਰ, ਦੇਵਤੇ, ਔਲੀਏ,
ਸਾਧੂ, ਸਿੱਧ, ਨਾਥ, ਦੱਤਾਤਰੇय ਵਰਗੇ ਸੰਨਿਆਸੀ ਸਭ ਨੇ ਆਪੋ ਆਪਣੇ ਰਾਜ ਚਲਾ ਲਏ, ਆਪੋ ਆਪਣੇ ਪੰਥ ਚਲਾ ਲਏ, ਆਪਣੇ ਨਾਲ ਜੋੜਨਾ ਸ਼ੁਰੂ ਕਰ ਦਿੱਤਾ ਸੀ। ਅਤੇ ਅਕਾਲ ਪੁਰਖ ਨੇ ਸਾਨੂੰ ਇਹ ਦੱਸਿਆ ਸਭ ਕੁਝ, ਜਿਵੇਂ ਅਸੀਂ ਤੁਹਾਨੂੰ ਖਾਲਸਾ ਜੀ ਦੱਸਿਆ ਹੈ। ਅਤੇ ਵਾਹਿਗੁਰੂ ਨੂੰ ਕਿਸੇ ਨਾ ਜਾਣਿਆ, ਅਸੀਂ ਤਪ ਸਾਧਦੇ ਸਾਂ, ਤਪ ਸਾਧਦਿਆਂ ਨੂੰ ਸਾਨੂੰ ਬੁਲਾਇਆ ਦੁਸ਼ਟ ਦਮਨ ਰੂਪ ਵਿੱਚ ਸਾਂ। ਜਦੋਂ ਫਿਰ ਇਉਂ ਕਹਿ ਕੇ ਸਾਨੂੰ ਇਸ ਮਾਤ ਲੋਕ ਵਿੱਚ ਭੇਜਿਆ। ਅਤੇ ਜਦੋਂ ਭੇਜਿਆ ਸਾਨੂੰ ਮਾਤ ਲੋਕ ਵਿੱਚ, ਅਤੇ ਭੇਜਣ ਤੋਂ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਨੇ ਜੋ ਸਾਨੂੰ ਬਚਨ ਕਹੇ ਹੈ, ਅਕਾਲ ਪੁਰਖ ਬਾਚ, ਅਕਾਲ ਪੁਰਖ ਦਾ ਬਾਚ ਜੋ ਹੁਕਮ ਹੈ, ਜੋ ਉਹਨਾਂ ਸਾਨੂੰ ਬਚਨ ਕਹੇ ਹੈ, ਉਹ 24 ਛੰਦਾਂ ਦੇ ਵਿੱਚ ਅਸੀਂ ਕਹਿ ਰਹੇ ਹਾਂ ਖਾਲਸਾ ਜੀ। ਮੈਂ ਆਪਣਾ ਸੁਤ ਤੋਹੇ ਨਿਵਾਜਾ। ਉਸ ਵੇਲੇ ਪ੍ਰਭੂ ਜੀ ਨੇ ਕਿਹਾ, ਅਕਾਲ ਪੁਰਖ ਨੇ ਕਿ ਹੇ ਦੁਸ਼ਟ ਦਮਨ ਜੀ, ਮਹਾਂ ਤਪੱਸਵੀ, ਮੈਂ ਕਹੀਏ ਅਸੀਂ ਤੁਹਾਨੂੰ ਆਪਣਾ, ਤੋਹੇ ਕਹੀਏ ਤੁਹਾਨੂੰ ਅਸੀਂ ਆਪਣਾ ਪੁੱਤਰ ਜਿਹੜਾ ਨਿਵਾਜ ਰਹੇ ਹਾਂ, ਤੁਹਾਨੂੰ ਆਪਣਾ ਪੁੱਤਰ ਹੋਣ ਦੀ ਵਡਿਆਈ ਦੇ ਰਹੇ ਹਾਂ। ਤੁਸੀਂ ਸਾਡੇ ਸੁਪੁੱਤਰ ਹੋ। ਅਤੇ ਪੁੱਤਰ ਅਤੇ ਪਿਤਾ ਵਿੱਚ ਕੋਈ ਭੇਦ ਨਹੀਂ ਹੁੰਦਾ, ਅੰਸ਼ ਅਤੇ ਅੰਸ਼ੀ ਵਿੱਚ ਕੋਈ ਭੇਦ ਨਹੀਂ ਹੁੰਦਾ, ਕਿਉਂਕਿ ਪਿਤਾ ਦੀ ਅੰਸ਼ ਤੋਂ ਹੀ ਪੁੱਤਰ ਦੀ ਪੈਦਾਇਸ਼ ਹੋਈ ਹੈ। ਅਤੇ ਉਹ ਜਿਹੜਾ ਹੈ ਅੰਸ਼ ਕੌਣ ਹੈ? ਪੁੱਤਰ, ਅਤੇ ਅੰਸ਼ੀ ਹੈ ਪਿਤਾ, ਉਹਦੇ ਵਿੱਚ ਕੋਈ ਭੇਦ ਨਹੀਂ ਹੁੰਦਾ। ਅਤੇ ਇਸੇ ਪ੍ਰਕਾਰ ਹੀ ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਆਪ ਕਿਹਾ ਕਿ ਅਸੀਂ ਤੁਹਾਨੂੰ ਆਪਣੇ ਪੁੱਤਰ ਹੋਣ ਦੀ ਵਡਿਆਈ ਦੇ ਰਹੇ ਹਾਂ, ਤੁਸੀਂ ਸਾਡੇ ਸੁਪੁੱਤਰ ਹੋ, ਇਹ ਬਚਨ ਕਹੇ ਹੈ। ਅਤੇ ਅਕਾਲ ਪੁਰਖ ਨੇ ਕਿਹਾ, ਹੈ ਦੁਸ਼ਟ ਦਮਨ ਜੀ, ਅਸੀਂ ਤੁਹਾਨੂੰ ਆਪਣਾ ਪੁੱਤਰ ਹੋਣ ਦੀ ਵਡਿਆਈ ਦੇ ਰਹੇ ਹਾਂ, ਵਡਿਆਈ ਬਖਸ਼ ਦਿੱਤੀ, ਨਿਵਾਜ ਦਿੱਤਾ, ਤੁਸੀਂ ਸਾਡੇ ਸੁਪੁੱਤਰ ਹੋ। ਪੰਥ ਪ੍ਰਚੁਰ ਕਰਬੇ ਕਹੁ ਸਾਜਾ। ਅਤੇ ਤੁਹਾਨੂੰ ਅਸੀਂ ਖਾਲਸਾ ਪੰਥ, ਸ਼ੁੱਧ ਪੰਥ ਪ੍ਰਚੁਰ ਕਹੀਏ, ਪ੍ਰਚਲਿਤ, ਖਾਲਸੇ ਪੰਥ ਦਾ ਪ੍ਰਚਾਰ ਕਰਨ ਵਾਸਤੇ, ਖਾਲਸੇ ਪੰਥ ਦਾ ਪ੍ਰਚੁਰ ਕਹੀਏ, ਪ੍ਰਚਲਿਤ ਕਰਨ ਵਾਸਤੇ, ਪ੍ਰਚੁਰ ਕਹੀਏ ਪ੍ਰਫੁੱਲਤ ਕਰਨ ਵਾਸਤੇ ਤੁਹਾਨੂੰ ਸਾਜਿਆ ਹੈ, ਨਿਵਾਜਿਆ, ਬਣਾਇਆ ਹੈ। ਜਾਹੇ ਤਹਾਂ ਤੈ ਧਰਮ ਚਲਾਏ। ਇਸ ਕਰਕੇ ਜਾਹੇ ਤਹਾਂ ਤੇ, ਤਹਾਂ ਤੈ ਤੇ ਨਹੀਂ, ਤੁਸੀਂ ਜਾਹੇ ਤਹਾਂ ਤੇ ਇੱਕ ਪਹਿਲਾ ਅਰਥ ਜਿਵੇਂ ਸੰਪਰਦਾ ਟੀਕਾ ਵੀ ਜਿੱਥੇ ਕਿੱਥੇ ਜਾ ਕੇ ਧਰਮ ਨੂੰ ਚਲਾ ਕੇ, ਧਰਮ ਚਲਾਓ। ਅਤੇ ਇੱਕ ਅਰਥ ਮੁੱਖ ਅਰਥ ਵੀ ਜਾਹੇ ਤਹਾਂ ਤੈ ਧਰਮ ਚਲਾਏ, ਵੀ ਤਹਾਂ ਕਹੀਏ ਉੱਥੇ ਮਾਤ ਲੋਕ, ਅਤੇ ਜਾਹੇ ਕਹੀਏ ਜਾ ਕੇ ਤੁਸੀਂ ਧਰਮ ਚਲਾਓ, ਅਕਾਲੀ ਪੰਥ, ਖਾਲਸਾ ਪੰਥ, ਸ਼ੁੱਧ ਪੰਥ। ਕਬੁੱਧ ਕਰਨ ਤੇ ਲੋਕ ਹਟਾਏ। ਉਸ ਖਾਲਸੇ ਸੱਚੇ ਸੁੱਚੇ ਅਕਾਲੀ ਪੰਥ ਨੂੰ, ਸੱਚੇ ਧਰਮ ਨੂੰ ਚਲਾ ਕੇ ਜਿਹੜੀ ਖੋਟੀ ਬੁੱਧੀ ਹੈ ਜੀਵਾਂ ਦੀ ਹੋਈ ਪਈ, ਜਿਹੜੇ ਖੋਟੀ ਬੁੱਧੀ ਦੇ ਨਾਲ ਮਾੜੇ ਕਰਮ ਕਰਨ 'ਤੇ ਲੋਕ ਲੱਗੇ ਹੋਏ ਹੈ, ਉਹਨਾਂ ਨੂੰ ਹਟਾਓ, ਵਰਜੋ। ਕਬ ਬਾਚ ਦੋਹਰਾ ਠਾੜ ਭਇਓ ਮੈਂ ਜੋਰ ਕਰ। ਇਹ ਸੱਚੇ ਪਾਤਸ਼ਾਹ ਮਹਾਰਾਜ ਨਿਮਰਤਾ ਨਾਲ ਕਹਿ ਰਹੇ ਹੈ, ਵਿਦਾਂਤੀਆਂ ਵਾਂਗੂ ਇਹ ਨਹੀਂ ਕਹਿ ਰਹੇ ਅਹੰ ਬ੍ਰਹਮਾਸਮੀ, ਵੀ ਮੈਂ ਹੀ ਬ੍ਰਹਮ ਹਾਂ। ਇਹ ਗੁਰੂ ਸਾਹਿਬ ਜੀ ਦੀ ਨਿਮਰਤਾ ਹੈ, ਨਿਮਰਤਾ ਨਾਲ ਲਿਖਿਆ ਹੈ ਕਬ ਬਾਚ, ਭਾਵ ਕਵੀ ਜੀ ਕਥਨ ਕਰ ਰਹੇ ਹੈ। ਅਤੇ ਕਵੀ ਕੌਣ ਹੈ? ਬਾਣੀ ਸਤਿਗੁਰੂ ਜੀ ਦੀ ਹੈ, ਅਤੇ ਸਤਿਗੁਰੂ ਕਥਨ ਕਰ ਰਹੇ ਹੈ। ਕਈ ਜਿਹੜੇ ਨਿੰਦੂ ਭੰਡੂ ਲੋਕ ਹੈ, ਚੁੰਚ ਗਿਆਨੀ, ਕਹਿੰਦੇ ਕਬ ਬਾਚ, ਇਹਦੇ ਜੀ ਕਵੀ ਜੀ ਕਿਸੇ ਦੀ ਰਚਨਾ ਹੈ, ਦਵੇਂ ਪਾਤਸ਼ਾਹ ਦੀ ਰਚਨਾ ਨਹੀਂ ਹੈ, ਇਹਦੇ ਕਵੀ ਜੀ ਦੀ ਰਚਨਾ। ਇਹ ਜਿਹੜਾ ਹੁਣ ਕੋਈ ਕਵਿਤਾ ਲਿਖੇ, ਕੋਈ ਛੰਦ ਲਿਖੇ, ਉਹ ਕਵੀ ਹੁੰਦਾ, ਹੋਰ ਕੌਣ ਹੁੰਦਾ ਹੈ? ਅਤੇ ਸਤਿਗੁਰੂ ਜੀ ਨੇ ਨਿਮਰਤਾ ਨਾਲ ਇਹ ਸ਼ਬਦ ਵਰਤਿਆ ਹੈ। ਕਿਤੇ ਮਹਾਰਾਜ ਦਾਸ, ਕਿਤੇ ਸਤਿਗੁਰੂ ਜੀ ਆਪਣੇ ਆਪ ਨੂੰ ਔਗਣਿਆਰੇ ਕਹਿ ਲੈਂਦੇ, ਕਿਤੇ ਕੁਝ ਕਹਿ ਲੈਂਦੇ, ਭੁੱਲਣਹਾਰ ਕਹਿ ਲੈਂਦੇ ਸੱਚੇ ਪਾਤਸ਼ਾਹ। ਅਤੇ ਇਹ ਥੋੜ੍ਹੀ ਮਹਾਰਾਜ ਭੁੱਲਣ ਵਾਲੇ ਹੈ, ਇਹ ਥੋੜ੍ਹੀ ਮਹਾਰਾਜ ਕਿਤੇ ਵੀ ਕਿਤੇ ਔਗਣਿਆਰੇ ਹੀ ਹੈ। ਇੱਥੇ ਸਤਿਗੁਰੂ ਜੀ ਨੇ ਜੋ ਲਿਖਿਆ ਨਿਮਰਤਾ ਨਾਲ ਲਿਖਿਆ, ਕਬ ਬਾਚ,
ਕਿ ਸਤਿਗੁਰੂ ਜੀ ਦਾ ਇਹ ਬਚਨ ਹੈ ਦੋਹਰੇ ਵਿੱਚ ਠਾੜ ਭਇਓ ਮੈਂ ਜੋਰ ਕਰ। ਖਾਲਸਾ ਜੀ ਉਸ ਵੇਲੇ ਅਸੀਂ ਹੱਥ ਦੋਨੋਂ ਹੀ ਜੋੜ ਕਰਕੇ ਤੇ ਠਾੜ ਭਇਓ ਪਰਮੇਸ਼ਰ ਵਾਹਿਗੁਰੂ ਦੇ ਸਾਹਮਣੇ ਖੜੇ ਹੋ ਗਏ। ਬਚਨ ਕਹਾ ਸਿਰ ਨਿਆਏ। ਤੇ ਆਪਣਾ ਸੀਸ ਨਵਾ ਕੇ ਬੜੀ ਨਿਮਰਤਾ ਨਾਲ ਤੇ ਬਚਨ ਕਹਾ, ਇਹ ਬਚਨ ਕਿਹਾ ਅਕਾਲ ਪੁਰਖ ਵਾਹਿਗੁਰੂ ਅੱਗੇ। ਪੰਥ ਚੱਲੈ ਤਬ ਜਗਤ ਮੈਂ। ਹੇ ਅਕਾਲ ਪੁਰਖ ਵਾਹਿਗੁਰੂ ਜੀ, ਇਹ ਖਾਲਸਾ ਪੰਥ, ਸ਼ੁੱਧ ਪੰਥ, ਅਕਾਲੀ ਪੰਥ ਸੰਸਾਰ ਵਿੱਚ ਤਾਂ ਚੱਲੇਗਾ ਜਬ ਤੁਮ ਕਰਹੁ ਸਹਾਏ। ਜਦੋਂ ਤੁਸੀਂ ਸਹਾਇਤਾ ਕਰੋਗੇ। ਜੇ ਤੁਸੀਂ ਸਹਾਇਤਾ ਕਰੋਗੇ ਤੇ ਹੇ ਅਕਾਲ ਪੁਰਖ ਇਹ ਤਾਂ ਪੰਥ ਖਾਲਸਾ ਚੱਲੇਗਾ। ਮਹਾਰਾਜ ਆਪ ਜੀ ਦੀ ਕਿਰਪਾ ਤੋਂ ਬਿਨਾਂ ਕਾਰਜ ਨਹੀਂ ਹੋ ਸਕੇਗਾ। ਇਹ ਕਾਰਜ ਤੁਹਾਡੀ ਕਿਰਪਾ ਨਾਲ ਹੀ ਹੋਏਗਾ। ਚੌਬਈ ਇਹ ਕਾਰਨ ਪ੍ਰਭ ਮੋਹਿ ਪਠਾਇਓ। ਐਵੇਂ ਖਾਲਸਾ ਜੀ ਇਸ ਕਾਰਜ ਨੂੰ ਕਰਨ ਵਾਸਤੇ ਪ੍ਰਭੂ ਨੇ ਸਾਨੂੰ ਭੇਜਿਆ ਸਮਾਜ ਲੋਕ ਵਿੱਚ। ਤਬ ਮੈਂ ਜਗਤ ਜਨਮ ਧਰ ਆਇਓ। ਇਸੇ ਲਈ ਤਦੋਂ ਫਿਰ ਵਾਹਿਗੁਰੂ ਦਾ ਹੁਕਮ ਜੋ ਅਮੋੜ ਹੈ, ਸਾਡੀ ਸੁਰਤ ਲੱਗੀ ਹੋਈ ਸੀ, ਸੁਰਤ ਜਿਹੜੀ ਮਾਰ ਨੇ ਪਿੱਛੇ ਲਿਖਿਆ ਵੀ ਸਾਡੀ ਸੁਰਤ ਚੁੱਭ ਰਹੀ ਸੀ, ਸਾਡਾ ਚਿੱਤ ਨਾ ਪਾਇਓ ਇੱਥੇ ਆਉਣ ਨੂੰ, ਚਿੱਤ ਨਹੀਂ ਸੀ ਕਰਦਾ। ਫਿਰ ਵੀ ਵਾਹਿਗੁਰੂ ਦਾ ਹੁਕਮ ਅਮੋੜ ਸੀ। ਜਦੋਂ ਪਰਮੇਸ਼ਰ ਨੇ ਸਾਨੂੰ ਸਾਰਾ ਕੁਝ ਦੱਸਿਆ ਤੇ ਇਸੇ ਕਾਰਨ ਕਰਕੇ ਪ੍ਰਭੂ ਨੇ ਸਾਨੂੰ ਭੇਜਿਆ ਤੇ ਤਦੋਂ ਜਗਤ ਵਿੱਚ ਅਸਾਂ ਨੇ ਫਿਰ ਅਵਤਾਰ ਧਾਰਨ ਕੀਤਾ। ਜਿਮ ਤਿਨ ਕਹੀ ਇਨ ਤਿਮ ਕਹੋ। ਤਦੋਂ ਸੰਸਾਰ ਵਿੱਚ ਜਨਮ ਧਰ ਕਹੀਏ, ਅਵਤਾਰ ਧਾਰ ਕੇ ਅਸੀਂ ਆਏ। ਜਿਮ ਤਿਨ ਕਹੀ ਇਨੈ ਤਿਮ ਕਹੋ। ਜਿਵੇਂ ਤਿੰਨ ਕਹੀਏ ਪ੍ਰਭੂ ਵਾਹਿਗੁਰੂ ਨੇ ਸਾਨੂੰ ਆਗਿਆ ਕਹੀ ਹੈ, ਕੀਤੀ ਹੈ, ਇਨੈ ਤਿਮ ਕਹਿਓ, ਉਹ ਉਸੇ ਤਰ੍ਹਾਂ ਹੀ ਇਹ ਜਿਹੜੇ ਇਹਨ ਕਹੀਏ ਜੀਵ ਹੈ ਇਹ ਸੰਸਾਰ ਦੇ, ਉਸੇ ਤਰ੍ਹਾਂ ਹੀ ਅਸੀਂ ਇਹਨਾਂ ਨੂੰ ਕਹਾਂਗੇ। ਜਿਵੇਂ ਅਕਾਲ ਪੁਰਖ ਨੇ ਕਿਹਾ ਇਹਨਾਂ ਦੀ ਥਾਂ ਪਾਠ ਅੰਤਰ ਹੈ, ਤਿੰਨੇ ਪਾਠ ਵੀ ਹੈ ਵੀ ਜਿਮ ਤਿੰਨ ਕਹੇ, ਜਿਵੇਂ ਉਸ ਪਰਮੇਸ਼ਰ ਵਾਹਿਗੁਰੂ ਨੇ ਕਿਹਾ ਹੈ, ਆਗਿਆ ਕੀਤੀ ਹੈ, ਇਨੈ ਤਿਮ ਕਹੋ ਤਿਨੈ ਤਿਮ ਕਹੋ। ਇਹ ਤਿੰਨਾਂ ਨੂੰ, ਇਹ ਮਾਦ ਲੋਕ ਦੇ ਜੀਵਾਂ ਨੂੰ ਉਸੇ ਤਰ੍ਹਾਂ ਅਸੀਂ ਕਹਾਂਗੇ, ਆਗਿਆ ਕਰਾਂਗੇ। ਔਰ ਕਿਸੋ ਤੇ ਬੈਰ ਨਾ ਗਹੋ। ਤੇ ਹੋਰ ਅਸੀਂ ਕਿਸੇ ਨਾਲ ਕੋਈ ਵੈਰ ਭਾਵਨਾ ਨਹੀਂ ਰੱਖਾਂਗੇ, ਗਹੋਂ ਗ੍ਰਹਿਣ ਨਹੀਂ ਕਰਾਂਗੇ, ਪਕੜਾਂਗੇ ਨਹੀਂ ਵੈਰ। ਵੀ ਜਿਵੇਂ ਪਰਮੇਸ਼ਰ ਨੇ ਕਿਹਾ ਉਸੇ ਤਰ੍ਹਾਂ ਕਰਾਂਗੇ। ਵੈਰ ਭਾਵਨਾ ਰੱਖ ਕੇ ਨਹੀਂ ਵੀ ਧੱਕੇ ਨਾਲ ਕਿਸੇ ਨਾਲ ਕੁਝ ਕਰਾਂਗੇ। ਜੋ ਕਿਹਾ ਉਹ ਕਰਾਂਗੇ, ਉਹਦੇ ਤੋਂ ਟਲਾਂਗੇ ਨਹੀਂ, ਉਹਦੇ ਤੋਂ ਪਿੱਛੇ ਨਹੀਂ ਹਟਾਂਗੇ। ਵੈਰ ਵਿਰੋਧ ਅਜਾਈ ਕਿਸੇ ਨਾਲ ਪਕੜਾਂਗੇ ਨਹੀਂ, ਕਰਾਂਗੇ ਨਹੀਂ, ਰੱਖਾਂਗੇ ਨਹੀਂ। ਜੇ ਹਮਕੋ ਪਰਮੇਸ਼ਰ ਉਚਰ ਹੈ। ਸਤਿਗੁਰੂ ਕਹਿੰਦੇ ਹੈ ਜਿਹੜੇ ਪੁਰਸ਼ ਸਾਡੇ ਇਸ ਅਸਥੂਲ ਸਰੀਰ ਨੂੰ ਪਰਮੇਸ਼ਰ ਉਚਾਰ ਕੇ ਕਹਿਣਗੇ ਵੀ ਇਸ ਅਸਥੂਲ ਸਰੀਰ ਨੂੰ ਪਰਮੇਸ਼ਰ ਉਚਾਰਨਗੇ, ਮੰਨਣਗੇ, ਤੇ ਸਭ ਨਰਕ ਕੁੰਡ ਮਹਿ ਪਰ ਹੈ। ਉਹ ਸਾਰੇ ਨਰਕਾਂ ਨੂੰ ਜਾਣਗੇ ਤੇ ਸਭ ਨਰਕ ਕੁੰਡ ਮਹਿ ਪਰ ਹੈ। ਜਿਹੜੇ ਸਾਡੇ ਇਹ ਅਸਥੂਲ ਸਰੀਰ ਨੂੰ ਕਹਿਣਗੇ ਨਾ ਪਰਮੇਸ਼ਰ, ਉਹ ਨਰਕਾਂ ਦੇ ਕੁੰਡ ਵਿੱਚ ਪੈਣਗੇ। ਤੇ ਇਸ ਤੁਕਾਂ ਨੂੰ ਕਈ ਗਿਆਨੀ ਜਿਹੜਾ ਹੈ ਉਚਾਰ ਕੇ ਕਹਿੰਦੇ ਹੈ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੱਲ ਕਹੀ ਹੈ। ਜਿਹੜਾ ਸਾਨੂੰ ਪਰਮੇਸ਼ਰ ਉਚਾਰ ਕੇ ਸਮਝੂਗਾ ਵੀ ਗੁਰੂ ਗੋਬਿੰਦ ਪਰਮੇਸ਼ਰ ਰੂਪ, ਉਹ ਨਰਕ ਕੁੰਡ ਵਿੱਚ ਪੈ ਜਾਊਗਾ। ਸਾਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਉਹਨਾਂ ਨੂੰ ਦੁੱਖ ਦਿੰਦੀ ਹੈ, ਪਰ ਆਹ ਦੋ ਤੁਕਾਂ ਨੇ ਉਹਨਾਂ ਨੂੰ ਦੁੱਖ ਦਿੰਦੀਆਂ। ਇਹ ਦੋ ਤੁਕਾਂ ਤੇ ਬੜੇ ਚਾਅ ਨਾਲ ਬੋਲ ਕੇ ਸੁਣਾਉਂਦੇ ਵੀ ਇਹ ਕਿੰਨੇ ਕਹੀਆਂ ਹੈ। ਦਸਮ ਪਿਤਾ ਜੀ ਨੇ ਕਹੀਆਂ ਜੀ ਦਸਮ ਗ੍ਰੰਥ ਸਾਹਿਬ ਵਿੱਚ। ਇੱਕ ਪਾਸੇ ਉਹ ਕਹਿੰਦੇ ਸੀ ਮੰਨਦੇ ਨਹੀਂ, ਇੱਕ ਪਾਸੇ ਇਹ ਤੁਕਾਂ ਬੜੀਆਂ ਸੁਣਾਉਣਗੇ। ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਮਹਾਂਪੁਰਸ਼ਾਂ ਨੂੰ ਕਿਸੇ ਨੇ ਕਿਹਾ ਆਹ ਤੁਕਾਂ ਸੁਣਾ ਕੇ ਕਿ ਮਹਾਰਾਜ ਜੀ ਨੇ ਤੇ ਆਹ ਗੱਲ ਕਹੀ ਹੈ, ਮਹਾਂਪੁਰਸ਼ ਉਹ ਜਿਹੜਾ ਸਾਨੂੰ ਪਰਮੇਸ਼ਰ ਕਹੇਗਾ ਉਹ ਨਰਕ ਦੇ ਕੁੰਡ ਵਿੱਚ ਪੈ ਜਾਊਗਾ। ਤੇ ਮਹਾਂਪੁਰਸ਼ ਹੱਸ ਕੇ ਕਹਿਣ ਲੱਗੇ ਵੀ ਭਾਈ ਜਿਹੜਾ ਪਰਮੇਸ਼ਰ ਹੈ ਉਹਨੂੰ ਪਰਮੇਸ਼ਰ ਹੀ ਕਹਾਂਗੇ, ਉਹਨੂੰ ਹੋਰ ਕੀ ਕਹਾਂਗੇ। ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮੇਸ਼ਰ ਹੀ ਹੈ ਤੇ ਪਰਮੇਸ਼ਰ ਹੀ ਕਹਿਣਾ, ਹੋਰ ਕੀ ਕਹਿਣਾ ਉਹਨਾਂ ਨੂੰ।
ਨਰਕ ਕੁੰਡ 'ਚ ਪਈਏ, ਜਿੱਥੇ ਮਰਜ਼ੀ ਪਈਏ, ਹੋਰ ਕੀ ਕਹੀਏ ਇਹਨਾਂ ਨੂੰ, ਕਿ ਉਹ ਤਾਂ ਹੈ ਹੀ ਪਰਮੇਸ਼ਰ ਰੂਪ ਗੁਰੂ ਗੋਬਿੰਦ ਸਿੰਘ ਮਹਾਰਾਜ, ਪੂਰਨ ਗੁਰ ਅਵਤਾਰ ਹਨ ਗੁਰੂ ਗੋਬਿੰਦ ਸਿੰਘ ਜੀ, ਅਤੇ ਇਸ ਕਰਕੇ ਉਹਨਾਂ ਨੂੰ ਪਰਮੇਸ਼ਰ ਹੀ ਕਹਾਂਗੇ। ਅਤੇ ਇਹਦਾ ਉਂਝ ਮੁੱਖ ਅਰਥ ਜਿਹੜਾ ਸੰਪਰਦਾਇ ਮਹਾਂਪੁਰਸ਼ਾਂ ਨੇ ਕੀਤਾ ਦਾ ਇਹ ਅਰਥ ਹੈ ਕਿ ਜੋ ਹਮਕੋ ਪਰਮੇਸ਼ਰ ਉਚਰ ਹੈ, ਹਮਕੋ ਦਾ ਅਰਥ ਹੁੰਦਾ ਆਪਣੇ ਆਪ ਨੂੰ। ਜਿਹੜੇ ਵੀ ਇੱਥੇ ਸੰਸਾਰ ਦੇ ਉੱਪਰ ਧਰਤੀ ਦੇ ਜਨਮ ਲੈ ਕੇ ਅਤੇ ਆਪਣੇ ਆਪ ਨੂੰ ਪਰਮੇਸ਼ਰ ਉਚਰ ਹੈ, ਆਪਣੇ ਆਪ ਨੂੰ ਪਰਮੇਸ਼ਰ ਕਹਿਣਗੇ, ਤੇ ਸਭ ਨਰਕ ਕੁੰਡ ਮਹਿ ਪਰ ਹੈ, ਉਹ ਸਾਰੇ ਨਰਕ ਕੁੰਡ ਵਿੱਚ ਪੈਣਗੇ। ਜਿਹੜੇ ਆਪਣੇ ਆਪ ਨੂੰ ਰੱਬ ਕਹਿਣਗੇ, ਜਿਹੜੇ ਕਹਿਣਗੇ ਅਹੰ ਬ੍ਰਹਮਾਸਮੀ, ਮੈਂ ਰੱਬ ਹਾਂ, ਉਹ ਨਰਕ 'ਚ ਪੈਣਗੇ। ਕਿਉਂਕਿ ਇੱਕ ਇਸੇ ਤਰ੍ਹਾਂ ਹੀ ਛੇਵੇਂ ਪਾਤਸ਼ਾਹ ਜੀ ਵੇਲੇ ਵੀ ਉਹ ਕਹਿੰਦਾ ਸੀ, ਚੰਗਾ ਵਿਦਵਾਨ ਬਣ ਗਿਆ, ਕਹਿੰਦਾ ਚੇਲੇ ਚਾਰੜੇ ਆਉਂਦੇ ਸੀ, ਕਹਿੰਦਾ ਵੀ ਤੁਸੀਂ ਨਜ਼ਾਰੇ ਲਓ, ਆਨੰਦ ਲਓ, ਖੁਸ਼ੀਆਂ ਮਾਣੋ, ਜੋ ਮਰਜ਼ੀ ਮਾੜੇ ਚੰਗੇ ਕੰਮ ਕਰੀ ਜਾਓ, ਪਰ ਮੰਨੀ ਮੈਨੂੰ ਜਾਓ, ਤੁਸੀਂ ਮੈਨੂੰ ਮੰਨਣਾ, ਮੇਰੋ ਹੀ ਧਿਆਨ ਧਰੋ ਨਿਸਬਾਸਰ, ਭੂਲ ਕੇ ਔਰ ਕੋ ਨਾਮ ਨਾ ਲੀਜੈ, ਹੋਰ ਨਹੀਂ ਕਿਸੇ ਦਾ ਨਾਮ ਲੈਣਾ। ਅਗਲੀ ਅਗਾਈ ਤੁਹਾਡੀ ਮੈਂ ਭਰੂੰਗਾ, ਅੱਗੇ ਤੁਹਾਡੀ ਮੈਂ ਬਾਂਹ ਫੜੂੰ, ਮੈਂ ਰੱਬ ਹੀ ਹਾਂ, ਮੈਂ ਰੱਬ ਬ੍ਰਹਮ ਹੀ ਹਾਂ। ਅਤੇ ਉਹ ਸਾਰੇ ਚੇਲੇ ਉਹਦੀ ਆਖੇ ਲੱਗ ਲੱਗ ਕੇ ਮਾੜੇ ਚੰਗੇ ਕੰਮ ਕਰਦੇ ਰਹੇ, ਅਤੇ ਜਿਹੜੀ ਇਹਨੂੰ ਪੂਜਾ ਖਵਾਉਂਦੇ ਰਹੇ, ਚੰਗੇ ਚੰਗੇ ਪਦਾਰਥ ਵੀ ਖਾਂਦਾ ਰਿਹਾ। ਜਦੋਂ ਮਰ ਗਿਆ ਅਤੇ ਅਜਗਰ ਸੱਪ ਬਣਿਆ ਬੜਾ ਤਗੜਾ ਹੈ। ਅਤੇ ਛੇਵੇਂ ਪਾਤਸ਼ਾਹ ਜਦੋਂ ਕਾਂਗੜ ਤੋਂ ਹੁੰਦੇ ਹੁੰਦੇ ਇੱਥੇ ਪਹੁੰਚੇ, ਲੁਧਾਈ ਕੇ ਉਹ ਸਥਾਨ ਬਣਿਆ ਸਤਿਗੁਰੂ ਜੀ ਦਾ ਬੜਾ ਸੋਹਣਾ। ਜਦੋਂ ਇੱਥੇ ਮਹਾਰਾਜ ਪਹੁੰਚੇ ਅਤੇ ਇਹ ਅਜਗਰ ਸੱਪ ਬਣਿਆ ਆ ਗਿਆ, ਬੜਾ ਦੁਖੀ ਹੈ। ਅਤੇ ਸੱਚੇ ਪਾਤਸ਼ਾਹ ਜੀ ਦੇ ਨਾਲ ਸਿੱਖਾਂ ਨੇ ਵੇਖਿਆ, ਕਹਿੰਦੇ ਮਹਾਰਾਜ ਆਗਿਆ ਕਰੋ, ਇਹਨੂੰ ਝਟਕਾ ਦਈਏ, ਹੁਣੇ ਐਡਾ ਵੱਡਾ ਸੱਪ ਆ ਰਿਹਾ। ਸੱਚੇ ਪਾਤਸ਼ਾਹ ਜੀ ਕਹਿੰਦੇ ਰਹਿਣ ਦਿਓ। ਇਹ ਮਹਾਂ ਹੀ ਆਏ ਖਿੱਚ ਕੇ ਸਰੀਰ ਨੂੰ, ਜਦੋਂ ਸਰੀਰ ਨੂੰ ਧੁੰਦਾ ਆਇਆ, ਸੱਚੇ ਪਾਤਸ਼ਾਹ ਜੀ ਦੇ ਕੋਲ ਆਇਆ, ਦ੍ਰਿਸ਼ਟੀ ਪੈਂਦਿਆਂ ਹੀ ਇਹਦਾ ਸਰੀਰ ਫਟ ਗਿਆ, ਸੱਪ ਦਾ ਸਰੀਰ ਫਟਿਆ, ਵਿੱਚ ਕੀੜੇ ਕਿਰਮ ਇੰਨੇ ਜਿਹੜੇ ਨੂੰ ਤੋੜ ਕੇ ਖਾਣ ਡੇ। ਗੁਰੂ ਕੇ ਦਰਸ਼ਨ ਹੁੰਦਿਆਂ ਸਰੀਰ ਫਟਿਆ, ਕੀੜੇ ਖਾਣ ਡੇ, ਇਹਦੇ ਵਿੱਚੋਂ ਇੱਕ ਫਿਰ ਜੋਤ ਜੀ ਨਿਕਲੀ ਹੈ। ਉਹ ਜੋਤ ਨੇ ਸਤਿਗੁਰੂ ਦਾ ਦਰਸ਼ਨ ਕੀਤਾ, ਦਰਸ਼ਨ ਕਰਕੇ ਦਿਵ ਰੂਪ ਹੋ ਕੇ ਤੇ ਆਕਾਸ਼ ਨੂੰ ਚੜ੍ਹ ਗਿਆ। ਸਿੱਖਾਂ ਨੇ ਫਿਰ ਕਿਹਾ, ਮਹਾਰਾਜ ਇਹ ਕੌਣ ਸੀ ਤੁਹਾਡੇ ਸਾਹਮਣੇ ਆ ਕੇ ਸਰੀਰ ਫਟ ਗਿਆ ਹੈ ਸੱਪ ਦਾ, ਇਹ ਕੌਣ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਹੈਗਾ ਕੌਣ ਤਾਂ ਦੱਸੀਏ। ਵੀ ਇਹ ਬੜਾ ਤਗੜਾ ਵਿਦਵਾਨ ਬਣ ਗਿਆ ਸੀ, ਅਤੇ ਆਪਣੇ ਚੇਲੇ ਚਾਟਣ ਨੂੰ ਕਹਿੰਦਾ ਵੀ ਮੈਨੂੰ ਮੰਨੋ ਪੂਜੋ, ਮੈਨੂੰ ਸਭ ਕੁਝ ਚੜਾਓ ਦਿਓ, ਤੁਹਾਡੀ ਅਗਾਈ ਅੱਗੇ ਮੈਂ ਭਰਾਂਗਾ। ਉਹ ਜਿਹੜੀ ਪੂਜਾ ਖਾਂਦਾ ਰਿਹਾ ਨਾ, ਕਹਿ ਕੇ ਵੀ ਮੈਂ ਰੱਬ ਹਾਂ, ਅਤੇ ਰੱਬ ਤਾਂ ਹੈ ਨਹੀਂ ਸੀ। ਅਤੇ ਹੁਣ ਇਹਦੀ ਮੌਤ ਹੋਈ ਅਤੇ ਇਹਨੂੰ ਉਹਨਾਂ ਸੱਪ ਦੀ ਜੂਨ 'ਚ ਪਾਇਆ ਹੈ। ਧਰਮਰਾਜ ਦੀ ਕਚਹਿਰੀ ਜਦੋਂ ਨਿਆਂ ਹੋਇਆ, ਪਰਮੇਸ਼ਰ ਨੇ ਜੂਨ ਦਿੱਤੀ ਸੱਪ ਦੀ, ਇਹ ਸੱਪ ਬਣਿਆ। ਜਿਹੜੇ ਚੇਲੇ ਇਹਦੇ ਆਖੇ ਲਾ ਕੇ ਮਾੜੇ ਕੰਮ ਕਰਦੇ ਅਤੇ ਇਹਨੂੰ ਖਵਾਉਂਦੇ ਰਹੇ ਨਾ, ਪਹਿਲਾਂ ਉਹਨਾਂ ਨੂੰ ਖਵਾਇਆ, ਹੁਣ ਇਹਨੂੰ ਤੋੜ ਖਾਣ ਡੇ, ਜਿਹੜਾ ਖਵਾਇਆ ਹੈ ਇਹਦੀ ਹੁਣ ਜਾਨ ਖਾਣ ਡੇ। ਤੂੰ ਕਹਿੰਦਾ ਮੁਕਤ ਕਰਾਂਗੇ, ਅਤੇ ਹਾਂ ਹੁਣ ਤੂੰ ਵੀ ਮਰਨ ਡਿਆ ਅਤੇ ਅਸੀਂ ਮਰਨ ਡੇ, ਕੀੜੇ ਬਣ ਕੇ। ਇਸ ਕਰਕੇ ਉਹ ਬ੍ਰਹਮ ਬਣਿਆ ਸੀ ਆਪਣੇ ਆਪ 'ਚ, ਤਾਂ ਕਰਕੇ ਉਹ ਨਰਕ ਕੁੰਡ 'ਚ ਪੈਣ ਵਾਲੀ ਗੱਲ ਕੀਤੀ। ਨਰਕੀ ਹੈ ਨਾ, ਸੱਪ ਬਣਿਆ, ਕੀੜੇ ਅੰਦਰੋਂ ਖਾਣ ਡੇ ਸਨ। ਅਤੇ ਉਧਾਰ ਦਾ ਕਿਹਨਾਂ ਕੀਤਾ? ਸਤਿਗੁਰੂ ਜੀ ਨੇ। ਸੱਚੇ ਪਾਤਸ਼ਾਹ ਉਹ ਗੱਲ ਇੱਥੇ ਕਹਿ ਰਹੇ, ਜੇ ਹਮ ਕੋ, ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਉਚਾਰਨ ਨਾ ਵੀ ਮੈਂ ਰੱਬ ਹਾਂ, ਅਤੇ ਸਭ ਨਰਕ ਕੁੰਡ ਮਹਿ ਪਰ ਹੈ, ਉਹ ਸਾਰੇ ਦੇ ਸਾਰੇ ਨਰਕ ਕੁੰਡ ਵਿੱਚ ਪੈਣਗੇ। ਉਹਨਾਂ ਨੂੰ ਮੰਨਣ ਵਾਲੇ ਵੀ ਅਤੇ ਜਿਹੜੇ ਆਪਣੇ ਆਪ ਨੂੰ ਮੰਨਦੇ ਉਹ ਵੀ, ਇਹ ਸਾਰੇ ਨਰਕ 'ਚ ਪੈਣਗੇ। ਇਸੇ ਤਰ੍ਹਾਂ ਜੋ ਹਮਕੋ ਪਰਮੇਸ਼ਰ ਉਚਰ ਹੈ, ਇਹਦਾ ਅਰਥ ਕੀ ਕਰ ਲੈਣਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਜਿਹੜਾ ਹੈ ਨਾ ਸਾਡਾ ਅੰਦਰਲਾ ਆਸਪਾਦ, ਆਸ ਦਾ ਅਰਥ ਹੁੰਦਾ ਹੈ ਰੂਪ, ਜਿਹੜਾ ਅੰਦਰ ਹੈ ਹਿਰਦੇ 'ਚ ਹੀ ਹੈ ਨਾ, ਅੰਦਰਲਾ ਹਿੱਸਾ ਜਿਹੜਾ ਵਾਹਿਗੁਰੂ ਹੀ ਹੈ ਨਾ, ਜੀ ਸੱਤਾ ਜਿਹੜੀ ਵਾਹਿਗੁਰੂ ਦੀ, ਜਿਹਦੇ ਕਰਕੇ ਸਥੂਲ ਸਰੀਰ ਕਾਰਨ ਸਰੀਰ ਚੱਲਦਾ ਹੈ, ਸੂਖਮ ਸਰੀਰ ਚੱਲਦਾ ਹੈ, ਉਹ ਸੱਤਾ ਤਾਂ ਪਰਮੇਸ਼ਰ ਦੀ ਹੈ।
ਉਹ ਜੋ ਅਸ ਪਦ ਹੈ, ਇੱਕ ਹੁੰਦਾ ਤਤ ਪਦ, ਇੱਕ ਤਵੰਗ ਪਦ, ਇੱਕ ਅਸ ਪਦ। ਤਤ, ਤਵੰਗ ਤੇ ਆਸ। ਵੀ ਤਦ ਅਰਥ ਉਹ, ਤਵੰਗ ਦਾ ਅਰਥ ਤੂੰ, ਤੇ ਹੈ ਆਸ ਦਾ ਅਰਥ ਹੈ। ਵੀ ਉਹ ਤੂੰ ਹੈ ਜਿਹੜਾ ਹੈ ਰੂਪ ਨਾ, ਹੈ ਰੂਪ ਅਸ, ਜਿਹੜੇ ਸਾਡੇ ਅਸ ਰੂਪ ਨੂੰ ਪਰਮੇਸ਼ਰ ਉਚਾਰਨਗੇ, ਅਸ ਪਦ ਰੂਪ ਨੂੰ ਉਚਾਰਨਗੇ ਨਾ ਪਰਮੇਸ਼ਰ, ਤੇ ਸਭ ਨਰਕ ਕੁੰਡ ਮਹਿ ਪਰ ਹੈ। ਉਹ ਸਾਰੇ ਦੇ ਸਾਰੇ ਸਿੱਖ ਭਗਤ ਨਰਕ ਕੁੰਡ ਦੇ ਵਿੱਚ ਨਹੀਂ ਪੈਣਗੇ, ਨਰਕ ਕੁੰਡ ਤੋਂ ਪਰ ਹੈ, ਪਰੇ ਹੋ ਜਾਣਗੇ। ਨਰਕ ਕੁੰਡ ਵਿੱਚ ਨਹੀਂ ਉਹ ਪਰ ਕਹੀਏ ਪੈਣਗੇ। ਉਹ ਨਰਕ ਕੁੰਡ 'ਚ ਉਹ ਨਹੀਂ ਪੈ ਸਕਦੇ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ, ਗੁਰੂ ਜੀ ਦੇ ਅਸਤੂਲ ਸਰੀਰ ਨੂੰ ਛੱਡ ਕੇ ਅਸ ਪਦ ਨੂੰ ਜਾਣਨਗੇ। ਉਹ ਤਾਂ ਹੈ ਨਾ ਪਰਮੇਸ਼ਰ ਰੂਪ ਹੀ। ਅਤੇ ਇਹ ਵੀ ਸਤਿਗੁਰੂ ਮਹਾਰਾਜ ਜੀ ਨੇ ਜੋ ਬਚਨ ਉਚਾਰੇ, ਸਾਧ ਸੰਗਤ ਜੀ ਵੀ ਮੰਨ ਲਓ ਵੀ ਸਾਡੀ ਪ੍ਰੀਖਿਆ ਹੀ ਹੈ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕੀ ਜਾਣਦੇ, ਕੀ ਸਮਝਦੇ ਹਾਂ। ਜੇ ਸੱਚੇ ਪਾਤਸ਼ਾਹ ਜੀ ਪਰਮੇਸ਼ਰ ਰੂਪ ਨਾ ਹੁੰਦੇ ਅਤੇ ਗੁਰਬਾਣੀ 'ਚ ਤਾਂ ਲਿਖਿਆ ਗੁਰ ਪਰਮੇਸ਼ਰ ਏਕੋ ਜਾਣ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਭਾਈ। ਗੁਰਬਾਣੀ 'ਚ ਤਾਂ ਲਿਖਿਆ ਹੈ ਹਰਿ ਕਾ ਸੇਵਕ ਸੋ ਹਰਿ ਹੀ ਜਿਹਾ। ਅਤੇ ਹਰੀ ਦੇ ਸੇਵਕ ਹਰ ਵਰਗੇ ਹੀ ਹੋ ਜਾਂਦੇ, ਰੱਬ ਵਰਗੇ ਹੀ ਹੋ ਜਾਂਦੇ, ਰੱਬ ਹੀ ਹੁੰਦੇ ਉਹ ਵੀ। ਅਤੇ ਗੁਰੂ ਸ਼ਬਦ ਅੱਜ ਤੱਕ ਕਿਸੇ ਨਾਲ ਨਹੀਂ ਲੱਗਾ। 10 ਗੁਰੂ ਸਾਹਿਬਾਨ ਹੀ ਗੁਰੂ, ਬਾਕੀ ਕੋਈ ਗੁਰੂ ਨਹੀਂ ਹੈਗਾ, ਜਿੱਥੇ ਮਰਜ਼ੀ ਇਤਿਹਾਸ ਫੋਲ ਕੇ ਵੇਖ ਲਓ। ਅਤੇ ਗੁਰ ਨਾਮ ਵੱਡੇ ਦਾ ਹੈ, ਅਤੇ ਗੁਰੂ ਨਾਮ ਕਿਹਦਾ ਹੈ? ਪਰਮੇਸ਼ਰ ਦਾ, ਜੋ ਅਗਿਆਨ ਦੇ ਹਨੇਰੇ ਨੂੰ ਕੱਟ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਦੇ, ਉਹਨੂੰ ਕਹੀਦਾ ਗੁਰੂ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਰਮੇਸ਼ਰ ਹੈ। ਭਾਈ ਨੰਦ ਲਾਲ ਜੀ ਨੇ ਗਜ਼ਲਾਂ ਵਿੱਚ ਲਿਖਿਆ, ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਹੱਕ ਹੱਕ ਆਗਾਹ ਗੁਰੂ ਗੋਬਿੰਦ ਸਿੰਘ, ਦਰਦੋ ਆਲਮ ਤਾਕ ਗੁਰੂ ਗੋਬਿੰਦ ਸਿੰਘ। ਉਹ ਇਹੀ ਕਹਿੰਦੇ ਮਹਾਰਾਜ ਸਾਨੂੰ ਹੱਕ ਹੱਕ, ਹੱਕ ਕਿਹਨੂੰ ਕਹੀਦਾ? ਹੱਕ ਕਹੀਦਾ ਹੈ ਪਰਮੇਸ਼ਰ ਨੂੰ, ਸੱਚ ਹੱਕ ਕਹੀਦਾ ਸੱਚ ਨੂੰ। ਅਤੇ ਸੱਚ ਸਰੂਪ ਕੌਣ? ਪਰਮਾਤਮਾ, ਜੋ ਜਿਹਦਾ ਨਾਮ ਆਦਿ ਸੱਚ, ਜੁਗਾਦ ਸੱਚ। ਅਤੇ ਜੇ ਗੁਰੂ ਸਾਹਿਬ ਜੀ ਆਪਣੇ ਆਪ ਨੂੰ ਇਵੇਂ ਨਾਮ, ਜੇ ਗੁਰੂ ਜੀ ਨਾ ਹੁੰਦੇ ਪਰਮੇਸ਼ਰ, ਅਤੇ ਭਾਈ ਨੰਦ ਲਾਲ ਜੀ ਨੂੰ ਕਹਿ ਦਿੰਦੇ ਭਾਈ ਤੂੰ ਸਾਡਾ ਐਡਾ ਸਿੱਖ ਹੈ, ਆਹ ਬਚਨ ਜਿਹੜੇ ਲਿਖਣ ਡਿਆ ਅਤੇ ਇਹ ਤਾਂ ਤੂੰ ਨਰਕ 'ਚ ਪੈ ਜਾਏਗਾ, ਅਤੇ ਅਸੀਂ ਨਹੀਂ ਚਾਹੁੰਦੇ ਤੂੰ ਨਰਕ 'ਚ ਪਵੇਂ। ਸਤਿਗੁਰੂ ਅਤੇ ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਤਾਂ ਸਭ ਦਾ ਭਲਾ ਕਰਦੇ ਹੈ, ਅਤੇ ਫਿਰ ਆਪਣੇ ਸਿੱਖ ਨੂੰ ਕਿਵੇਂ ਉਲਝਣ 'ਚ ਪਾ ਸਕਦੇ ਹੈ। ਪਰ ਇਹ ਵੀ ਗੁਰੂ ਸਾਹਿਬ ਜੀ ਦਾ ਬੜਾ ਤਕੜਾ ਭੇਦ ਹੈ, ਇਹ ਤਾਂ ਸਮਝਣ ਦੀ ਲੋੜ ਹੈ। ਜੋ ਹਮਕੋ ਪਰਮੇਸ਼ਰ ਉਚਰ ਹੈ, ਜਿਹੜੇ ਆਪਣੇ ਆਪ ਨੂੰ ਪਰਮੇਸ਼ਰ ਉਚਾਰਨਗੇ ਉਹ ਸਾਰੇ ਨਰਕ ਕੁੰਡ ਵਿੱਚ ਪੈਣਗੇ। ਅਤੇ ਜੋ ਹਮਕੋ, ਜੋ ਸਾਡੇ ਅਸ ਪਦ ਸਰੂਪ ਨੂੰ ਜਾਣਨਗੇ, ਪਰਮੇਸ਼ਰ ਉਚਾਰਨਗੇ, ਉਹ ਸਾਰੇ ਨਰਕ ਕੁੰਡ ਵਿੱਚ ਨਹੀਂ ਪੈਣਗੇ, ਨਰਕ ਕੁੰਡ ਤੋਂ ਪਰੇ ਹੋ ਜਾਣਗੇ। ਬਾਹਰ ਜਿਹੜੇ ਪਏ ਉਹ ਵੀ ਬਾਹਰ ਆ ਜਾਣਗੇ। ਗੁਰੂ ਸਾਹਿਬ ਤੇ ਆਪ ਹਾਮੀ ਭਰਦੇ ਇਸ ਗੱਲ ਦੀ ਕਿ ਬਿਨ ਕੇਸਾਂ ਸਿਰ ਕੁੱਟੀਆਂ ਚਿੰਗਾਰੇ ਕੌਣ ਛਡਾਏ ਹੈ। ਕੇਸਾਂ ਤੋਂ ਬਿਨਾਂ ਨਰਕ 'ਚ ਕੁੱਟੇ ਜਾਣਗੇ। ਅਤੇ ਜੇ ਕੋਈ ਸਾਡਾ ਸਿੱਖ ਕੇਸਾ ਧਾਰੀ, ਅੰਮ੍ਰਿਤ ਧਾਰੀ ਕਿਤੇ ਗਲਤੀ ਕਰਕੇ ਪੈ ਵੀ ਜਾਊਗਾ, ਅਤੇ ਮਹਾਰਾਜ ਕਹਿੰਦੇ ਨੂੰ ਅਸੀਂ ਕੱਢ ਲਵਾਂਗੇ ਕੇਸਾਂ ਤੋਂ ਫੜ ਕੇ। ਇਹ ਸੱਚੇ ਪਾਤਸ਼ਾਹ ਜੀ ਭਾਈ ਦਾਨੇ ਨੂੰ ਦਿਖਾਇਆ ਸੀ, ਜਿਹੜਾ ਅੰਮ੍ਰਿਤ ਛਕ ਕੇ ਦਾਨ ਸਿੰਘ ਬਣਿਆ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਪਰਮੇਸ਼ਰ ਰੂਪ ਹੀ ਹਨ। ਇਹ ਤੁਕਾਂ ਦੇ ਅਰਥ ਜਿਵੇਂ ਮਹਾਂਪੁਰਸ਼ ਕਰਦੇ ਹਨ, ਜਿੰਨੀ ਕੁ ਸਮਝ ਪਈ ਉਹਦੇ ਮੁਤਾਬਕ ਹੀ ਵਿਚਾਰ ਕੀਤੀ ਹੈ। ਮੋਕੋ ਦਾਸ ਤਵਨ ਕਾ ਜਾਨਾ। ਜੇ ਤੁਸੀਂ ਕਹੋ ਖਾਲਸਾ ਜੀ ਵੀ ਮਹਾਰਾਜ ਤੁਸੀਂ ਪਰਮੇਸ਼ਰ ਨਹੀਂ ਹੋ, ਤੁਹਾਨੂੰ ਤੇ ਤੁਸੀਂ ਪਰਮੇਸ਼ਰ ਨਹੀਂ ਹੋ, ਜਦੋਂ ਕਿ ਗੁਰੂ ਸਾਹਿਬ ਨੇ ਪਿੱਛੇ ਆਪ ਵਚਨ ਲਿਖੇ ਹੈ ਕਿ ਮੈਂ ਆਪਣਾ ਸਤ ਤੋਹੇ ਨਵਾਜਾ। ਅਕਾਲ ਪੁਰਖ ਨੇ ਗੱਲ ਕਹੀ ਵੀ ਦੁਸ਼ਟ ਦਮਨ ਜੀ ਅਸੀਂ ਤੁਹਾਨੂੰ ਆਪਣਾ ਪੁੱਤਰ ਨਵਾਜ ਰਹੇ ਹਾਂ, ਤੁਸੀਂ ਸਾਡੇ ਪੁੱਤਰ ਹੋ। ਅਤੇ ਅਕਾਲ ਪੁਰਖ ਦੇ ਪੁੱਤਰ ਹਾਂ ਅਸੀਂ ਹੈਂ। ਉਹ ਗੁਰੂ ਜੀ ਨੇ ਦਾਸਾ ਭਾਵਨਾ ਕਿਹਾ ਹੈ। ਇੱਥੇ ਵੀ ਜੋ ਕਿਹਾ ਤੇ ਨਾ ਸਭ ਨਰਕ ਕੁੰਡ ਮੈਂ ਪਰ ਹੈ, ਇਹ ਗੁਰੂ ਦਾ ਦਾਸਾ ਭਾਵ ਹੈ, ਨਿਮਰਤਾ ਸੱਚੇ ਪਾਤਸ਼ਾਹ ਜੀ ਦੀ। ਜੇ ਹੁਣ ਗੁਰੂ ਮਹਾਰਾਜ ਤੇ ਲਿਖਦੇ ਹਮ ਅਵਗੁਣ ਭਰੇ ਇੱਕ ਗੁਣ ਨਾਹੀਂ, ਅਤੇ ਕੀ ਗੁਰੂ ਰਾਮਦਾਸ ਮਹਾਰਾਜ ਜੀ ਕੀ ਅਵਗੁਣਾਂ ਨਾਲ ਭਰੇ ਹੋਏ?
ਮੈਂ ਮੂਰਖ ਕੀ ਕੇਤਕ ਬਾਤ ਹੈ। ਕਿ ਗੁਰੂ ਅਰਜਨ ਸਾਹਿਬ ਜੀ ਸੱਚੇ, ਆਡਾ ਤਾਂ ਕਹਿਣ ਜੀ ਨਹੀਂ ਕਰਦਾ ਕਿ ਗੁਰੂ ਮਹਾਰਾਜ ਕੀ ਉਹ ਜੋ ਲਿਖਿਆ ਉੱਦਾਂ ਥੋੜ੍ਹੀ ਹੈ। ਉਹਦੇ ਗੁਰੂ ਕਾ ਦਾਸਾ ਭਾਵ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੀਚਾਂ ਅੰਦਰ ਨੀਚ ਜਾਤ, ਹੋਂ ਕੀਤਾ ਨਾ ਜਾਤਾ, ਮੈਂ ਕੀਤਾ ਨਾ ਜਾਤਾ ਹਰਾਮ ਖੋਰ। ਦੱਸੋ ਵੀ ਉੱਥੇ ਸੱਚੇ ਪਾਤਸ਼ਾਹ ਜੋ ਲਿਖਿਆ ਕਿ ਗੁਰੂ ਮਹਾਰਾਜ ਉਹ ਕੀ ਆਪਣੇ ਥੋੜ੍ਹੀ ਢਕਾ ਰਹੇ, ਗੁਰੂ ਕੀ ਨਿਮਰਤਾ ਹੈ। ਹਮ ਮੂਰਖ ਤੁਮ ਚਤਰ ਸਿਆਣੇ, ਹਮ ਪਾਪੀ ਤੁਮ ਪਾਪ ਖੰਡਨ। ਗੁਰੂ ਸਾਹਿਬ ਜੀ ਨੇ ਕਿੰਨਾ ਕੁਛ ਲਿਖਿਆ ਅਤੇ ਉਹ ਗੱਲਾਂ ਤਾਂ ਸਾਰੀਆਂ ਸਾਡੇ 'ਤੇ ਢੁੱਕਦੀਆਂ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਿਮਰਤਾ ਨਾਲ ਦਾਸਾ ਭਾਵ ਨਾਲ ਲਿਖਿਆ। ਹਮ ਅਵਗੁਣ ਭਰੇ ਇੱਕ ਗੁਣ ਨਾਹੀ, ਸਭ ਅਵਗੁਣ ਮੈਂ ਗੁਣ ਨਹੀਂ ਕੋਈ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰਦਾਇਆ। ਕਹੋ ਨਾਨਕ ਹਮ ਨੀਚ ਕਰਮਾ, ਸਰਨ ਪਰੇ ਕੀ ਰਾਖੋ ਸਰਮਾ। ਇਹ ਜੋ ਗੁਰੂ ਜੀ ਨੇ ਲਿਖਿਆ ਦਾਸਾ ਭਾਵ ਨਾਲ ਲਿਖਿਆ। ਇਸੇ ਤਰ੍ਹਾਂ ਇੱਥੇ ਲਿਖਿਆ ਸੱਚੇ ਪਾਤਸ਼ਾਹ ਨਿਮਰਤਾ ਹੈ। ਖਾਲਸਾ ਜੀ, ਜੇ ਤੁਸੀਂ ਕਹੋ ਵੀ ਮਹਾਰਾਜ ਤੁਸੀਂ ਪਰਮੇਸ਼ਰ ਰੂਪ ਨਹੀਂ ਹੈ, ਭਾਵੇਂ ਕਿ ਅਸੀਂ ਵਾਹਿਗੁਰੂ ਦੇ ਪੁੱਤਰ ਹੋਣ ਦੇ ਸਾਨੂੰ ਨਵਾਜਿਆ ਉਹਨਾਂ ਨੇ, ਫਿਰ ਵੀ ਅਸੀਂ ਤੁਹਾਨੂੰ ਕਹਿੰਦੇ ਕਿ ਸਾਨੂੰ ਦਾਸ ਹੀ ਵਾਹਿਗੁਰੂ ਦਾ ਜਾਣੋ। ਯਾ ਮੈਂ ਭੇਦ ਨ ਰੰਚ ਪਛਾਨਾ। ਇਸ ਗੱਲ ਵਿੱਚ ਰਤਾ ਜਿੰਨਾ ਵੀ ਤੁਸੀਂ ਰੰਚ ਕਹੀਏ, ਭੋਰਾ ਮਾਤਰ ਵੀ ਥੋੜ੍ਹਾ ਵੀ ਭੇਦ ਨਾ ਪਛਾਣੋ, ਫਰਕ ਨਾ ਜਾਣੋ। ਮੈਂ ਹੋ ਪਰਮ ਪੁਰਖ ਕੋ ਦਾਸਾ। ਅਸੀਂ ਉਹ ਪਰਮ ਜੋ ਵੱਡਾ ਅਕਾਲ ਪੁਰਖ ਹੈ ਉਸ ਦੇ ਦਾਸ ਹਾਂ, ਸੇਵਕ ਹਾਂ। ਦੇਖਨ ਆਇਓ ਜਗਤ ਤਮਾਸ਼ਾ। ਇਹ ਜੋ ਜਗਤ ਹੈ ਨਾ ਤਮਾਸ਼ਾ ਰੂਪ, ਜਿੱਥੇ ਖੇਲ ਤਮਾਸ਼ੇ ਹੁੰਦੇ ਰਹਿੰਦੇ ਹੈ, ਸਾਰਾ ਇਹ ਤਮਾਸ਼ਾ ਹੀ ਹੈ ਸੰਸਾਰ। ਖੇਲ ਖੇਲ ਅਖੇਲ ਖੇਲਣ ਕੋ ਅੰਤ ਕੋ ਫਿਰ ਏਕ। ਇਹ ਤਾਂ ਵਾਹਿਗੁਰੂ ਦੀ ਖੇਲ ਹੀ ਹੈ ਸਾਰਾ। ਇਹ ਵਾਹਿਗੁਰੂ ਨੇ ਖੇਲ ਹੀ ਖਿਲਾਰਿਆ ਹੋਇਆ ਆਪਣਾ ਜਗਤ ਤਮਾਸ਼ਾ। ਤਾਂ ਸਤਿਗੁਰੂ ਕਹਿੰਦੇ ਜਿਹੜਾ ਜਗਤ ਤਮਾਸ਼ਾ ਹੈ, ਇੱਥੇ ਤਮਾਸ਼ੇ ਤਰ੍ਹਾਂ ਤਰ੍ਹਾਂ ਦੇ ਹੋਏ, ਤਮਾਸ਼ਾ ਹੀ ਦੇਖਣ ਆਏ ਅਸੀਂ ਤਾਂ। ਜੋ ਪ੍ਰਭ ਜਗਤ ਕਹਾ ਸੋ ਕਹੋ। ਜੋ ਜਗ ਨੇ, ਜੋ ਪ੍ਰਭ ਜਗਤ, ਜੋ ਪ੍ਰਭੂ ਨੇ ਸਾਨੂੰ ਕਿਹਾ ਹੈ ਸੋ ਉਹੀ ਅਸੀਂ ਕਹਿੰਦੇ ਜਗਤ ਨੂੰ ਕਹਾਂਗੇ, ਜੋ ਉਹੀ ਸੰਸਾਰੀ ਲੋਕਾਂ ਨੂੰ ਕਹਾਂਗੇ। ਜੋ ਪ੍ਰਭ ਜਗਤ, ਜੋ ਪ੍ਰਭੂ ਨੇ ਸਾਨੂੰ ਕਿਹਾ ਹੈ ਨਾ ਉਪਦੇਸ਼, ਉਹੀ ਉਹ ਸੰਸਾਰ ਦੇ ਵਿੱਚ ਕਹਾਂਗੇ, ਉਸ ਤੋਂ ਬਿਨਾਂ ਹੋਰ ਕੁਝ ਨਹੀਂ ਕਹਾਂਗੇ। ਮ੍ਰਿਤ ਲੋਗ ਤੇ ਮੋਨ ਨਾ ਰਹੋ। ਨਾਲ ਮਹਾਰਾਜ ਬੜੇ ਸੱਚੇ ਪਾਤਸ਼ਾਹ ਸਪਸ਼ਟ ਤੌਰ 'ਤੇ ਕਹਿ ਰਹੇ ਵੀ ਇਹ ਮ੍ਰਿਤ, ਜਿੱਥੇ ਲੋਕ ਮਰਦੇ ਉਹਨੂੰ ਕਹੀਦਾ ਮ੍ਰਿਤ, ਮ੍ਰਿਤੂ ਲੋਕ, ਇਹ ਮਾਤ ਲੋਕ। ਮਾਤ ਲੋਕ ਤੇ ਕਹਿੰਦੇ ਅਸੀਂ ਕਿਸੇ ਤੋਂ ਵੀ ਡਰ ਕੇ ਚੁੱਪ ਨਹੀਂ ਰਹਾਂਗੇ ਇੱਥੇ। ਅਸੀਂ ਕਿ ਕੋਈ ਜਿਹੜਾ ਹੈ ਸ਼ਾਂਤ ਹੀ ਰਹਾਂਗੇ, ਚੁੱਪ ਨਹੀਂ ਰਹਾਂਗੇ। ਕਿ ਕੋਈ ਕੁਝ ਵੀ ਕਰੇ ਅਤੇ ਉਹਦੇ ਰਾਜ ਭਾਗ ਹੁੰਦਿਆਂ ਬੋਲਾਂਗੇ ਨਾ। ਜਿਵੇਂ ਪ੍ਰਭੂ ਨੇ ਕਿਹਾ ਵੀ ਇਹਨਾਂ ਖੋਟੀ ਬੁੱਧੀ 'ਤੇ ਜਿਹੜੇ ਕਰਮ ਕਰਦੇ ਮਾੜੇ, ਇਹਨਾਂ ਨੂੰ ਹਟਾਉਣਾ ਹੈ, ਹਟਾਉਣੇ ਸਾਰੇ। ਇਹ ਦੁਸ਼ਟਾਂ ਦਾ ਨਾਸ ਕਰਨਾ। ਅੱਗੇ ਪਾਸੇ ਮਾਰੇ ਕਹਿਣਗੇ ਕਿ ਸਾਨੂੰ ਕਿਉਂ ਭੇਜਿਆ ਹੈ, ਸੰਤਾਂ ਨੂੰ ਬਚਾਉਣ ਵਾਸਤੇ, ਦੁਸ਼ਟਾਂ ਦੀ ਜੜ੍ਹ ਪੁੱਟਣ ਵਾਸਤੇ। ਤਾਂ ਗੁਰੂ ਸਾਹਿਬ ਕਹਿੰਦੇ ਮ੍ਰਿਤ ਲੋਕ ਤੇ ਇੱਥੇ ਆ ਕੇ ਸੰਸਾਰ ਲੋਕ ਤੇ ਖਾਲਸਾ ਜੀ ਅਸੀਂ ਮੋਨ ਨਾ ਰਹਿ ਹੋਂ, ਚੁੱਪ ਨਹੀਂ ਰਹਾਂਗੇ, ਡਰ ਕੇ ਨਹੀਂ ਰਹਾਂਗੇ। ਜਿਹੜਾ ਗਲਤ ਨੂੰ ਗਲਤ ਕਹਾਂਗੇ, ਸਹੀ ਨੂੰ ਸਹੀ ਕਹਾਂਗੇ। ਕਿਸੇ ਦੀ ਆਣ ਕਨੌੜ ਨਹੀਂ ਮੰਨਾਂਗੇ, ਕਿਸੇ ਦਾ ਡਰ ਭੈ ਨਹੀਂ ਮੰਨਾਂਗੇ, ਕਿਸੇ ਦੀ ਈਣ ਨਹੀਂ ਮੰਨਾਂਗੇ। ਅਤੇ ਐ ਸੱਚੇ ਅਕਾਲ ਪੁਰਖ ਦੇ ਹੁਕਮ ਵਿੱਚ ਰਹਾਂਗੇ ਪੂਰੇ। ਅਤੇ ਸਤਿਗੁਰੂ ਜੀ ਨੇ ਫਿਰ ਉਸੇ ਤਰ੍ਹਾਂ ਹੀ ਕੀਤਾ ਸੀ। ਸਮੇਂ ਦੀ ਸਰਕਾਰ ਨਾਲ ਸੱਚੇ ਪਾਤਸ਼ਾਹ ਜੀ ਨੇ ਖਾਲਸਾ ਪੰਥ ਸਾਜ ਕੇ ਟਾਕਰਾ ਲਿਆ ਸੀ। ਕਿਸੇ ਦੀ ਈਨ ਕਨੌੜ ਨਹੀਂ ਮੰਨੀ, ਨਾ ਬਾਈ ਧਾਰ ਦੇ ਰਾਜਿਆਂ ਦੀ, ਨਾ ਸਮੇਂ ਦੀ ਸਰਕਾਰ ਔਰੰਗਜ਼ੇਬ ਦੀ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਲਾ ਕਰਕੇ ਮਹਾਨ ਦਿਖਾਈ ਸੀ। ਜ਼ਾਹਰ ਕਲਾ ਸਤਿਗੁਰੂ ਜੀ ਨੇ ਦਿਖਾਈ ਸੀ। ਉਹ ਜਿਵੇਂ ਅੱਗੇ ਮਹਾਰਾਜ ਜੀ ਦੇ ਹੋਰ ਭਜਨ ਆਉਣਗੇ ਬਚਿੱਤਰ ਨਾਟਕ ਬਾਣੀ ਦੇ ਵਿੱਚ, ਆਪਾਂ ਕੱਲ੍ਹ ਉਹਦੀ ਕਥਾ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ, ਵਿਚਾਰਾਂ ਦੀ ਸਮਾਪਤੀ। ਮੈਂ ਹੋ ਪਰਮ ਪੁਰਖ ਕੋ ਦਾਸਾ। ਦੇਖਨ ਆਇਓ ਜਗਤ ਤਮਾਸ਼ਾ। ਜੋ ਪ੍ਰਭ ਜਗਤ ਕਹਾ ਸੋ ਕਹੋ।
ਮ੍ਰਿਤ ਲੋਗ ਤੇ ਮੋਨ ਨਾ ਰਹਿ ਹੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।